ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਹੋਏਗੀ ਕੈਨੇਡਾ ਦੀ ਸਿਆਸਤ ਦੀ ਤੇ ਹੋਰ तमाम ਵੱਡੀਆਂ ਖਬਰਾਂ ਦੀ। ਕੈਨੇਡਾ ਦੇ ਵਿੱਚ ਫੈਡਰਲ ਚੋਣਾਂ 20 ਸਤੰਬਰ ਨੂੰ ਹੋਣ ਜਾ ਰਹੀਆਂ ਨੇ। ਜਿਵੇਂ-ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੇ ਨੇ, ਉਸੇ ਤਰ੍ਹਾਂ ਸਿਆਸੀ ਸਰਗਰਮੀਆਂ ਵੀ ਕਾਫੀ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ। ਸੋ ਕੈਨੇਡਾ ਦੀਆਂ ਜਿਹੜੀਆਂ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ ਤੇ ਬਾਕੀ ਸਾਰੀਆਂ ਖਬਰਾਂ ਦੇ ਉੱਪਰ ਕਰਾਂਗੇ ਚਰਚਾ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਦੇ ਨਾਲ। ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਜੀ ਇੰਦਰਪ੍ਰੀਤ, ਤੁਹਾਨੂੰ ਤੇ ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ, ਸੋ ਮਨਦੀਪ ਜੀ, ਪਹਿਲਾਂ ਗੱਲ ਕਰਦੇ ਹਾਂ ਆਪਾਂ ਕੈਨੇਡਾ ਦੀ ਸਿਆਸਤ ਦੀ। ਸਭ ਨੂੰ ਪਤਾ ਹੈ ਕਿ 20 ਸਤੰਬਰ ਨੂੰ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ। ਸੋ ਇਹਨਾਂ ਫੈਡਰਲ ਚੋਣਾਂ ਦੇ ਵਿੱਚ ਵੱਖ-ਵੱਖ ਜਿਹੜੇ ਐਲਾਨ ਤਾਂ ਹੋ ਹੀ ਰਹੇ ਨੇ, ਪਰ ਜਿਹੜੇ ਪੋਲ ਨੇ ਰੋਜ਼ਾਨਾ ਸਾਹਮਣੇ ਆ ਰਹੇ ਨੇ, ਜਿਸ ਦੇ ਵਿੱਚ ਪਹਿਲਾਂ ਲਿਬਰਲ ਪਾਰਟੀ ਅੱਗੇ ਦਿਖਾਈ ਦੇ ਰਹੀ ਸੀ, ਹੁਣ ਕੰਜ਼ਰਵੇਟਿਵ ਪਾਰਟੀ ਵੀ ਅੱਗੇ ਆਉਂਦੀ ਹੋਈ ਦਿਖਾਈ ਦੇ ਰਹੀ ਹੈ। ਇਸ ਪੋਲ ਦੇ ਬਾਰੇ ਗੱਲਬਾਤ ਕਰਾਂਗੇ। ਮੌਜੂਦਾ ਜੋ ਤਾਜ਼ਾ ਪੋਲ ਆਇਆ ਉਸ ਦੇ ਬਾਰੇ ਜਾਣਕਾਰੀ ਤੁਹਾਡੇ ਤੋਂ ਹਾਸਿਲ ਕਰਨਾ ਚਾਹਾਂਗੇ ਕਿ ਕਿਸ ਪਾਰਟੀ ਦੀ ਕੀ ਸਥਿਤੀ ਬਣੀ ਹੋਈ ਹੈ। ਜੀ ਬਿਲਕੁਲ ਇੰਦਰਪ੍ਰੀਤ, ਕਿਉਂਕਿ ਕੈਨੇਡਾ ਦੇ ਵਿੱਚ ਚੋਣਾਂ ਦਾ ਮਾਹੌਲ ਆ। ਲਗਭਗ ਅੱਜ ਕੰਪੇਨ ਦਾ 16ਵਾਂ ਦਿਨ ਚੱਲ ਰਿਹਾ ਤੇ 21 ਦਿਨ ਹੋਰ ਬਾਕੀ ਬਚੇ ਨੇ। 21 ਦਿਨ ਬਾਅਦ ਵੋਟਾਂ ਪੈਣਗੀਆਂ 20 ਸਤੰਬਰ ਨੂੰ। ਸੋ ਲਗਾਤਾਰ ਜਿਹੜੀ ਸਥਿਤੀ ਉਹ ਦਿਲਚਸਪ ਹੁੰਦੀ ਜਾ ਰਹੀ ਹੈ। ਜਿਵੇਂ ਕਿ ਅਸੀਂ ਦਰਸ਼ਕਾਂ ਨਾਲ ਲਗਾਤਾਰ ਜਾਣਕਾਰੀ ਸਾਂਝੀ ਕਰਦੇ ਆ ਰਹੇ ਹਾਂ ਕਿ ਜਿਸ ਦਿਨ ਇਲੈਕਸ਼ਨ ਦਾ ਐਲਾਨ ਹੋਇਆ ਸੀ, ਉਸ ਦਿਨ ਜੇਕਰ ਅਸੀਂ ਵੱਖ-ਵੱਖ ਏਜੰਸੀਆਂ ਦੇ ਸਰਵੇ ਤੇ ਨਜ਼ਰ ਮਾਰੀਏ ਤਾਂ ਕੁੱਲ ਮਿਲਾ ਕੇ ਨਤੀਜਾ ਇਹ ਨਿਕਲਦਾ ਸੀ ਕਿ ਜਿਹੜੀ ਲਿਬਰਲ ਪਾਰਟੀ ਆ ਜਸਟਿਨ ਟਰੂਡੋ ਦੀ ਅਗਵਾਈ ਦੇ ਵਿੱਚ ਮੈਜੋਰਟੀ ਹਾਸਲ ਕਰਦੀ ਦਿਖਾਈ ਦੇ ਰਹੀ ਸੀ। ਲਗਭਗ 172 ਦੇ ਕਰੀਬ ਸੀਟਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਸੀ। ਪਰ ਜਦੋਂ ਚੋਣਾਂ ਦਾ ਐਲਾਨ ਹੋਇਆ, ਜਿਸ ਤਰੀਕੇ ਨਾਲ ਕੰਪੇਨ ਅੱਗੇ ਵਧ ਰਹੀ ਆ, ਉੱਦਾਂ ਲਿਬਰਲ ਪਾਰਟੀ ਦੀ ਸਥਿਤੀ ਜਿਹੜੀ ਆ ਥੋੜੀ ਜਿਹੀ ਹਲਕੀ ਹੁੰਦੀ ਜਾ ਰਹੀ ਹੈ ਔਰ ਲਿਬਰਲ ਪਾਰਟੀ ਲਗਾਤਾਰ ਥੱਲੇ ਨੂੰ ਆ ਰਹੀ ਆ। ਔਰ ਜੇਕਰ ਅਸੀਂ ਅੱਜ ਦੀ ਗੱਲ ਕਰੀਏ, ਜੋ ਅੱਜ ਲਗਭਗ 16 ਦਿਨ ਜਿਹੜੇ ਹੋ ਚੁੱਕੇ ਨੇ ਕੰਪੇਨ ਚੱਲਦੀ ਨੂੰ, ਤੇ ਇਹਨਾਂ 16 ਦਿਨਾਂ ਦੇ ਵਿੱਚ ਇਸ ਵਕਤ ਜੇਕਰ ਅਸੀਂ ਤੋੜ ਕੱਢੀਏ ਤਾਂ ਕੰਜ਼ਰਵੇਟਿਵ ਪਾਰਟੀ ਅਤੇ ਲਿਬਰਲ ਪਾਰਟੀ ਵਿੱਚ ਕਾਂਟੇ ਦੀ ਟੱਕਰ ਜਿਹੜੀ ਉਹ ਚੱਲ ਰਹੀ ਆ। ਕੁਝ ਸਰਵੇ ਦੇ ਵਿੱਚ ਜਿਹੜੀ ਆ ਲਿਬਰਲ ਪਾਰਟੀ ਹਾਲੇ ਵੀ ਅੱਗੇ ਆ ਤੇ ਕੁਝ ਕੁ ਸਰਵਿਆਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਅੱਗੇ ਨਿਕਲ ਚੁੱਕੀ ਆ। ਜੇਕਰ ਅਸੀਂ ਸੀਬੀਸੀ ਪੋਲ ਟਰੈਕਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਹਾਲੇ ਵੀ ਲਿਬਰਲ ਪਾਰਟੀ ਜਿਹੜੀ ਆ ਉਹ 143 ਸੀਟਾਂ ਜਿਹੜੀਆਂ ਉਹ ਲੈਂਦੀ ਨਜ਼ਰ ਆ ਰਹੀ ਹੈ, ਜਦਕਿ ਪਿਛਲੀ ਵਾਰ ਉਹਨਾਂ ਨੇ 157 ਸੀਟਾਂ ਜਿੱਤੀਆਂ ਸਨ ਅਤੇ ਕੰਜ਼ਰਵੇਟਿਵ ਪਾਰਟੀ ਜਿਹੜੀ ਆ 130 ਦੇ ਜਿਹੜੀ ਆਸ-ਪਾਸ ਜਿਹੜੀ ਉਹ ਖੜੀ ਨਜ਼ਰ ਆ ਰਹੀ ਆ। ਤੇ ਇਹਦੇ ਨਾਲ ਹੀ ਜੇਕਰ ਅਸੀਂ ਇੱਕ ਹੋਰ ਏਜੰਸੀ ਜੋ ਕਿ 338 canada.com ਆ, ਜਿਸ ਦੇ ਸਰਵੇ ਵੀ ਕਾਫੀ ਮੰਨੇ ਜਾਂਦੇ ਆ, ਉਹਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਇਸ ਵਕਤ ਲੀਡ ਕਰਦਿਆਂ ਦਿਖਾਇਆ ਜਾ ਰਿਹਾ ਸੀਟਾਂ ਦੇ ਮਾਮਲੇ ਵਿੱਚ ਵੀ। ਔਰ ਉੱਥੇ ਕੰਜ਼ਰਵੇਟਿਵ ਲਗਭਗ 141 ਉੱਤੇ ਖੜੀ ਹੈ ਤੇ ਲਿਬਰਲ ਘਟ ਕੇ 136-37 ਉੱਤੇ ਆ ਕੇ ਖੜ ਗਈ ਆ। ਔਰ ਤੀਜੇ ਨੰਬਰ ਤੇ ਲਗਾਤਾਰ ਜਗਮੀਤ ਸਿੰਘ ਚੱਲ ਰਹੇ ਨੇ। ਪਿਛਲੇ ਪ੍ਰੋਗਰਾਮ 'ਚ ਆਪਾਂ ਗੱਲਬਾਤ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਜਗਮੀਤ ਸਿੰਘ ਆ ਉਹ ਜੇਕਰ ਵਿਅਕਤੀਗਤ ਤੌਰ ਤੇ ਲੀਡਰਾਂ ਦੀ ਗੱਲ ਕਰੀਏ ਤਾਂ ਬੇਸ਼ੱਕ ਇਸ ਵਕਤ ਸਭ ਲੀਡਰਾਂ 'ਚੋਂ ਲੀਡ ਕਰ ਰਹੇ ਨੇ। ਔਰ ਉਹਨਾਂ ਨੇ ਕਈ ਸਰਵਿਆਂ ਦੇ ਵਿੱਚ ਜਸਟਿਨ ਟਰੂਡੋ ਨੂੰ ਵੀ ਪਿੱਛੇ ਛੱਡਿਆ। ਉਸ ਤੋਂ ਬਾਅਦ ਦੂਜੇ ਨੰਬਰ ਤੇ ਜਸਟਿਨ ਟਰੂਡੋ ਤੇ ਤੀਜੇ ਨੰਬਰ ਤੇ ਐਰਨ ਅਟੂਲ ਜਿਹੜੇ ਉਹ ਸਰਵੇ 'ਚ ਆਉਂਦੇ ਸੀ। ਜਿਹੜਾ ਪਿਛਲੇ ਹਫ਼ਤੇ ਅਸੀਂ ਇੱਕ ਚਰਚਾ ਕੀਤੀ ਸੀ, ਜਿਸ ਸਰਵੇ ਦੇ ਵਿੱਚ ਜਿਹੜਾ ਸੈਂਪਲ ਸੀ ਉਹ 1200 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਔਰ ਇਸ ਵਕਤ ਉਹਨਾਂ ਦੀ ਕੰਪੇਨ ਵੀ ਕਾਫੀ ਅਗਰੈਸਿਵ ਚੱਲ ਰਹੀ ਆ। 2019 ਦੀਆਂ ਚੋਣਾਂ ਵਿੱਚ ਜਗਮੀਤ ਸਿੰਘ ਦੀ ਅਗਵਾਈ ਦੇ ਵਿੱਚ ਐਨਡੀਪੀ ਪਾਰਟੀ ਨੇ 24 ਸੀਟਾਂ ਜਿਹੜੀਆਂ ਹਾਸਲ ਕੀਤੀਆਂ ਸੀ। ਪਰ ਅੱਜ ਦੇ ਜਿਹੜੇ ਹਾਲਾਤ ਹੈ, ਇਸ ਵਕਤ 20% ਦੇ ਆਸ-ਪਾਸ ਦਾ ਜਿਹੜਾ ਸਮਰਥਨ ਆ ਉਹ ਜਗਮੀਤ ਸਿੰਘ ਨੂੰ ਮਿਲਦਾ ਦਿਖਾਈ ਦੇ ਰਿਹਾ, ਉਹਨਾਂ ਦੀ ਪਾਰਟੀ ਨੂੰ ਮਿਲਦਾ ਦਿਖਾਈ ਦੇ ਰਿਹਾ। ਤੇ ਸੀਟਾਂ ਦੀ ਗੱਲ ਕਰੀਏ ਤਾਂ ਇਸ ਵਕਤ 37 ਤੋਂ 38 ਸੀਟਾਂ ਜਿਹੜੇ ਜਿੱਤਦੇ ਦਿਖਾਈ ਦੇ ਰਹੇ ਆ। ਸੋ ਹਾਲਾਤ ਇੱਕ ਵਾਰੀ ਫਿਰ ਉਹੀ ਬਣ ਸਕਦੇ ਆ ਕਿ ਜੇਕਰ ਕਿਸੇ ਵੀ ਪਾਰਟੀ ਨੂੰ ਮੈਜੋਰਟੀ ਨਾ ਮਿਲੀ, ਇਸ ਵਕਤ ਜੋ ਹਾਲਾਤ ਨਜ਼ਰ ਆ ਰਿਹਾ, ਜੇ ਅਸੀਂ ਇਹਨਾਂ ਸਰਵੇ ਦੇ ਆਧਾਰ ਤੇ ਗੱਲ ਕਰੀਏ, ਹਾਲਾਂਕਿ ਅਸੀਂ ਦਰਸ਼ਕਾਂ ਨੂੰ ਇਹ ਵੀ ਦੱਸ ਦਿੰਦੇ ਆ ਕਿ ਇਹ ਮਹਿਜ ਸਰਵੇ ਨੇ ਜਿਹਦੇ ਵਿੱਚ ਕੁਝ ਕੁ ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਜਾਂਦਾ ਆ। ਉਹਦੇ ਆਧਾਰ ਤੇ ਇੱਕ ਡਾਟਾ ਤਿਆਰ ਕੀਤਾ ਜਾਂਦਾ ਆ, ਉਸ ਤੋਂ ਬਾਅਦ ਇਹ ਨਤੀਜੇ ਸਾਹਮਣੇ ਦੱਸੇ ਜਾਂਦੇ ਆ। ਅਸਲੀ ਨਤੀਜਾ ਜਿਹੜਾ ਕੀ ਆ ਉਹ 20 ਸਤੰਬਰ ਨੂੰ ਸਾਹਮਣੇ ਆਵੇਗਾ। ਕਈ ਵਾਰ ਲੋਕ ਸਰਵੇ ਦੇ ਆਧਾਰ ਤੇ ਵੀ ਆਪਣੀ ਰਾਏ ਬਣਾ ਲੈਂਦੇ ਨੇ, ਪਰ ਇਸ ਵਕਤ ਅਸੀਂ ਇਹ ਕਹਿ ਸਕਦੇ ਹਾਂ ਇਹਨਾਂ ਸਰਵੇ ਦੇ ਆਧਾਰ ਤੇ ਕਿ ਜੇਕਰ ਕਿਸੇ ਵੀ ਪਾਰਟੀ ਨੂੰ ਮੈਜੋਰਟੀ ਨਾ ਮਿਲੀ, ਘੱਟ ਗਿਣਤੀ ਜਿਹੜੀ ਆ ਉਹ ਕੋਈ ਵੀ ਸਰਕਾਰ ਬਣਦੀ ਆ, ਤਾਂ ਉਹਦੇ ਵਿੱਚ ਫਿਰ ਜਗਮੀਤ ਸਿੰਘ ਜਿਹੜੇ ਉਹ ਅਹਿਮ ਰੋਲ ਅਦਾ ਕਰ ਸਕਦੇ ਆ। ਅਸੀਂ ਪਿਛਲੀ ਸਰਕਾਰ 'ਚ ਦੇਖਿਆ
ਕਿ ਵੱਖ-ਵੱਖ ਮੌਕਿਆਂ ਉੱਤੇ ਜਗਮੀਤ ਸਿੰਘ ਨੇ ਜਸਟਿਨ ਟਰੂਡੋ ਦੀ ਸਰਕਾਰ ਨੂੰ ਪਾਰਲੀਮੈਂਟ ਦੇ ਵਿੱਚ ਸਪੋਰਟ ਵੀ ਕੀਤਾ ਤੇ ਆਪਣੀਆਂ ਕੁਝ ਮੰਗਾਂ ਮਨਵਾਉਣ ਦੇ ਵਿੱਚ ਕਾਮਯਾਬ ਵੀ ਰਹੇ, ਜਿਹਦਾ ਫਾਇਦਾ ਉਹਨਾਂ ਦੀ ਪਾਰਟੀ ਨੂੰ ਵੀ ਹੋਇਆ। ਜੇਕਰ ਅਸੀਂ ਸਿੱਖ ਪੇਡ ਲੀਵ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਵੀ ਜਗਮੀਤ ਸਿੰਘ ਨੇ ਆਪਣੀ ਜਿਹੜੀ ਸਫਲਤਾ ਪ੍ਰਾਪਤ ਕੀਤੀ। ਹੁਣ ਤਾਂ ਹੋਰ ਪਾਰਟੀਆਂ ਵੀ ਇਹਦੇ ਉੱਤੇ ਜ਼ਿਕਰ ਕਰ ਰਹੀਆਂ ਨੇ, ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਸੱਤਾ ਦਾ ਤਵਾਜ਼ਨ ਇੱਕ ਵਾਰ ਫੇਰ ਜਿਹੜਾ ਵਾ ਉਹ ਜਗਮੀਤ ਸਿੰਘ ਦੇ ਹੱਥ ਆ ਸਕਦਾ ਆ, ਜੇਕਰ ਕਿਸੇ ਵੀ ਪਾਰਟੀ ਨੂੰ ਇਸ ਵਾਰ ਵੀ ਮੈਜੋਰਟੀ ਨਾ ਮਿਲੀ। ਹਾਲਾਂਕਿ ਹਾਲੇ ਵੀ ਕੁਝ ਲੋਕਾਂ ਦਾ ਮੰਨਣਾ ਹੈਗਾ ਹੈ ਕਿ ਲਿਬਰਲ ਪਾਰਟੀ ਜਿਹੜੀ ਉਹ ਮੈਜੋਰਟੀ ਹਾਸਲ ਕਰ ਸਕਦੀ ਆ, ਔਰ ਅਗਲੇ ਜਿਹੜੇ 20 ਦਿਨ ਆ ਬਹੁਤ ਅਹਿਮ ਨੇ। ਉਹਦੇ ਵਿੱਚ ਜਿਹੜੀਆਂ 2 ਦਿਨ ਡਿਬੇਟ ਹੋਣੀਆਂ ਨੇ, ਔਰ ਉਸ ਡਿਬੇਟ ਵਾਲੇ ਦਿਨ ਵੀ ਇਹ ਬਹੁਤ ਜ਼ਿਆਦਾ ਤੈਅ ਹੋਵੇਗਾ ਕਿ ਕਿਹੜੇ ਲੀਡਰ ਕਿਹੜੇ ਸਟੈਂਡ ਤੇ ਖੜਾ ਆ ਤੇ ਉਸ ਦਿਨ ਕਿਹੜੇ ਲੋਕਾਂ ਨੂੰ ਸਮਰਥਨ ਜ਼ਿਆਦਾ ਮਿਲਦਾ ਆ, ਔਰ ਡਿਬੇਟ ਦੇ ਵਿੱਚ ਹਾਵੀ ਕਿਹੜਾ ਲੀਡਰ ਰਹਿੰਦਾ ਹੈ। ਪਿਛਲੀ ਵਾਰ ਜਗਮੀਤ ਸਿੰਘ ਨੇ ਡਿਬੇਟ ਦੇ ਵਿੱਚ ਬਹੁਤ ਵਾਹਵਾ ਖੱਟੀ ਸੀ, ਔਰ ਅੱਜ ਵੀ ਉਸ ਡਿਬੇਟ ਤੋਂ ਬਾਅਦ ਜਿਹੜਾ ਨੌਜਵਾਨ ਉਸ ਵਕਤ ਜਗਮੀਤ ਸਿੰਘ ਨਾਲ ਜੁੜਿਆ ਸੀ ਕੈਨੇਡਾ ਦਾ, ਅੱਜ ਵੀ ਇੱਕ ਪੋਲ ਦੇ ਵਿੱਚ ਸਰਵੇ ਆਇਆ ਸੀ ਕਿ ਸਭ ਤੋਂ ਵੱਧ 37% ਨੌਜਵਾਨ ਜਿਹੜੇ ਉਹ ਜਗਮੀਤ ਸਿੰਘ ਦੀ ਪਾਰਟੀ ਨੂੰ ਵੋਟ ਕਰਨਾ ਚਾਹੁੰਦੇ ਨੇ ਜਾਂ ਜਗਮੀਤ ਸਿੰਘ ਤੋਂ ਪ੍ਰਭਾਵਿਤ ਨੇ। ਸੋ ਇਸ ਤਰੀਕੇ ਨਾਲ ਅਸੀਂ ਦੇਖੀਏ ਹਾਲੇ ਆਉਣ ਵਾਲੇ ਦਿਨਾਂ ਵਿੱਚ ਸਥਿਤੀਆਂ ਬਹੁਤ ਜ਼ਿਆਦਾ ਬਦਲਣਗੀਆਂ। ਜਿਸ ਤਰੀਕੇ ਨਾਲ ਪਿਛਲੇ 16 ਦਿਨਾਂ ਦੇ ਵਿੱਚ ਇੱਕਦਮ ਲਿਬਰਲ ਅਪ ਤੋਂ ਡਾਊਨ ਆਏ ਆ ਇਹਨਾਂ ਸਰਵੇਆਂ ਦੇ ਵਿੱਚ, ਜ਼ਮੀਨੀ ਪੱਧਰ ਤੇ ਜਿਹੜੇ ਹਾਲਾਤ ਉਹ ਤਾਂ ਅਸੀਂ ਫੇਰ ਕਹਿ ਰਹੇ ਹਾਂ ਕਿ 20 ਸਤੰਬਰ ਨੂੰ ਪਤਾ ਲੱਗਣਗੇ, ਸਿਰਫ ਸਰਵੇ ਨੇ। ਪਰ ਇਹਨਾਂ ਸਰਵੇ ਦੇ ਆਧਾਰ ਤੇ ਬਹੁਤ ਸਾਰੀਆਂ ਚੀਜ਼ਾਂ ਤੈਅ ਹੁੰਦੀਆਂ ਨੇ, ਔਰ ਬਹੁਤ ਸਾਰੇ ਜਿਹੜੇ ਆ ਕੰਪੇਨ ਕਿੱਧਰ ਨੂੰ ਲੈ ਕੇ ਜਾਣੀ ਹੈ, ਕਿੱਥੋਂ ਕਿਹੜਾ ਮੋੜ ਕੱਟਣਾ ਆ, ਕਈ ਵਾਰ ਇਹਨਾਂ ਸਰਵੇ ਦੇ ਆਧਾਰ ਤੇ ਹੀ ਤੈਅ ਕੀਤਾ ਜਾਂਦਾ ਆ, ਔਰ ਇਸੇ ਸਰਵੇ ਦੇ ਆਧਾਰ ਤੇ ਅਸੀਂ ਗੱਲ ਕਰ ਰਹੇ ਹਾਂ। ਸੋ ਇਸ ਵਕਤ ਸਥਿਤੀ ਜਿਹੜੀ ਆ ਬਹੁਤ ਦਿਲਚਸਪ ਬਣੀ ਹੋਈ ਹੈ। ਜੀ ਬਿਲਕੁਲ, ਇਹ ਸਰਵੇ ਕਿਤੇ ਨਾ ਕਿਤੇ ਬਾਕੀਆਂ ਦੇ ਉੱਪਰ ਪ੍ਰਭਾਵ ਵੀ ਪਾਉਂਦੇ ਨੇ, ਕਿਉਂਕਿ ਅਸੀਂ ਜਾਣਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਕੈਨੇਡੀਅਨਸ ਇਸ ਸਮੇਂ ਲੱਗੇ ਹੋਏ ਨੇ ਸਰਵੇ ਦੇ ਉੱਪਰ, ਉਹਨਾਂ ਨੇ ਨਜ਼ਰ ਬਣਾਈ ਹੋਈ ਹੈ। ਸਰਵੇ ਦੀ ਗੱਲ ਕੀਤੀ ਹੈ, ਪਰ ਦੂਜੇ ਪਾਸੇ ਇਹ ਵੀ ਗੱਲ ਹੋ ਜਾਂਦੀ ਹੈ ਕਿ ਇਮੀਗ੍ਰੇਸ਼ਨ ਇੱਕ ਬਹੁਤ ਵੱਡਾ ਮੁੱਦਾ ਹੈ। ਵੱਖ-ਵੱਖ ਪਾਰਟੀਆਂ ਤੋਂ ਬੜੀਆਂ ਉਮੀਦਾਂ ਹੁੰਦੀਆਂ ਨੇ ਜੋ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ, ਤੇ ਇਹਨਾਂ ਪਾਰਟੀਆਂ ਦੀ ਜੇਕਰ ਅਸੀਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਪਾਲਿਸੀ ਦੀ ਗੱਲ ਕਰੀਏ ਤਾਂ ਇਸ ਬਾਰੇ ਜਾਣਕਾਰੀ ਹੈ ਤੁਹਾਡੇ ਕੋਲ? ਜੀ, ਇਮੀਗ੍ਰੇਸ਼ਨ ਇਸ ਵਕਤ ਇੰਦਰਪ੍ਰੀਤ ਕੈਨੇਡਾ ਦਾ ਬਹੁਤ ਮਹੱਤਵਪੂਰਨ ਜਿਹੜਾ ਉਹ ਮੁੱਦਾ ਹੁੰਦਾ ਇਲੈਕਸ਼ਨ ਦੇ ਵਿੱਚ, ਖਾਸ ਕਰਕੇ ਉਹਨਾਂ ਲੋਕਾਂ ਲਈ ਜਿਹੜੇ ਇਸ ਦੇਸ਼ ਦੇ ਵਿੱਚ ਰਹਿੰਦੇ ਆ ਪਰ ਉਹਨਾਂ ਕੋਲ ਹੱਲੇ ਬਹੁਤਾ ਕੋਈ ਸਟੇਟਸ ਨਹੀਂ, ਔਰ ਜਿਹੜੇ ਲੋਕ ਸਿਟੀਜ਼ਨ ਆ ਉਹ ਵੀ ਇਸ ਪਾਲਿਸੀਜ਼ ਉੱਤੇ ਨਿਗਾਹ ਰੱਖਦੇ ਆ, ਔਰ ਜਿਹੜੇ ਲੋਕ ਕੈਨੇਡਾ ਤੋਂ ਬਾਹਰ ਬੈਠੇ ਆ ਕੈਨੇਡਾ ਆਉਣਾ ਚਾਹੁੰਦੇ ਆ ਉਹ ਵੀ ਕੈਨੇਡਾ ਦੀਆਂ ਚੋਣਾਂ ਤੇ ਕਈ ਵਾਰ ਨਿਗਾਹ ਰੱਖਦੇ ਆ ਕਿ ਕਿਹੜੀ ਪਾਰਟੀ ਜਿਹੜੀ ਉਹ ਜਿੱਤਦੀ ਆ, ਕਿਹੜੀ ਪ੍ਰੋ ਇਮੀਗ੍ਰੇਸ਼ਨ ਆ ਤੇ ਕਿਹੜੀ ਸਖਤੀ ਕਰਨ ਦੇ ਜਿਹੜਾ ਉਹ ਹੱਕ 'ਚ ਆ। ਹਾਲਾਂਕਿ ਜੇਕਰ ਅਸੀਂ ਅੱਜ ਦੀ ਡੇਟ ਦੇ ਵਿੱਚ ਗੱਲ ਕਰੀਏ ਤਾਂ ਕੋਈ ਵੀ ਪਾਰਟੀ ਜਿਹੜੀ ਆ ਉਹ ਇਹ ਨਹੀਂ ਕਹਿ ਰਹੀ ਕਿ ਅਸੀਂ ਇਮੀਗ੍ਰੇਸ਼ਨ ਘਟਾਵਾਂਗੇ, ਇਮੀਗ੍ਰੇਸ਼ਨ ਬੰਦ ਕਰਾਂਗੇ। ਇਮੀਗ੍ਰੇਸ਼ਨ ਦੇ ਸਿਸਟਮ ਨੂੰ ਲੈ ਕੇ ਜਿਹੜੇ ਉਹ ਜ਼ਰੂਰ ਸਵਾਲ ਉੱਠ ਰਹੇ ਨੇ। ਸਭ ਤੋਂ ਪਹਿਲਾਂ ਗੱਲ ਅਸੀਂ ਜਿਹੜੀ ਸੱਤਾਧਾਰੀ ਪਾਰਟੀ ਲਿਬਰਲ ਪਾਰਟੀ ਦੀ ਗੱਲ ਕਰ ਲੈਂਦੇ ਹਾਂ। ਲਿਬਰਲ ਪਾਰਟੀ ਨੇ ਆਲਰੇਡੀ ਆਪਣੀ ਇਮੀਗ੍ਰੇਸ਼ਨ ਪਲਾਨ ਜਿਹੜੇ ਉਹ ਸਾਂਝੇ ਕੀਤੇ ਹੋਏ ਨੇ ਕਿ ਟਾਰਗੇਟ ਰੱਖਿਆ ਸੀ 2021 ਲਈ ਉਹਨਾਂ ਨੇ 4,01,000 ਦਾ, ਔਰ ਆਉਣ ਵਾਲੇ ਸਮੇਂ 'ਚ ਜਿਹੜਾ ਅਗਲੇ ਸਾਲ ਇਹ ਟਾਰਗੇਟ ਵੱਧ ਕੇ 4,11,000 ਤੇ ਫਿਰ 4,21,000 ਹੋ ਜਾਵੇਗਾ। ਸੋ ਇਸ ਤਰੀਕੇ ਨਾਲ ਉਹਨਾਂ ਨੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਵੀ ਐਪਲੀਕੇਸ਼ਨ ਜਿਹੜੀਆਂ ਹੋਰ ਵੱਧ ਲੈਣ ਦੀ ਗੱਲ ਕੀਤੀ ਆ, ਔਰ ਇਹਦੇ ਨਾਲ ਸਟੂਡੈਂਟਸ ਵਾਲਾ ਜਿਹੜਾ ਸਿਸਟਮ ਆ ਪ੍ਰੋਗਰਾਮ ਆ ਉਹ ਵੀ ਚੱਲਦੇ ਰਹੇ ਨੇ ਔਰ ਚੱਲਦੇ ਰਹਿਣਗੇ। ਔਰ ਹੋਰ ਜਿਹੜੀਆਂ ਹਾਲਾਂਕਿ ਇਹਦੇ ਵਿੱਚ ਇਹ ਵੀ ਚਰਚਾ ਕੀਤੀ ਜਾ ਰਹੀ ਆ ਕਿ ਜਿਹੜਾ ਫਾਈਲ ਦਾ ਪ੍ਰੋਸੈਸਿੰਗ ਟਾਈਮ ਹੈ ਉਹਨੂੰ ਘਟਾਉਣ ਲਈ ਸਾਰਾ ਕੁਝ ਡਿਜੀਟਲ ਜਿਹੜਾ ਉਹ ਕੀਤਾ ਜਾ ਰਿਹਾ, ਤੇ ਉਹਦਾ ਪ੍ਰੋਸੈਸ ਵੀ ਆਲਰੇਡੀ ਸ਼ੁਰੂ ਕਰ ਦਿੱਤਾ ਸੀ ਇਹ ਸਰਕਾਰ ਨੇ। ਸੋ ਉਹਦੇ ਵਿੱਚ ਹੁਣ ਤੱਕ ਇਹ ਲਗਾਤਾਰ ਸਾਹਮਣੇ ਆ ਰਿਹਾ, ਔਰ ਲਗਾਤਾਰ ਇਹ ਚਰਚਾ ਚੱਲ ਰਹੀ ਹੈ ਕਿ ਅਸੀਂ ਲਗਾਤਾਰ ਇਸ ਚੀਜ਼ ਨੂੰ ਹੋਰ ਠੀਕ ਕਰਾਂਗੇ, ਸਿਸਟਮ ਠੀਕ ਕਰਾਂਗੇ, ਪ੍ਰੋਸੈਸਿੰਗ ਟਾਈਮ ਘਟਾਵਾਂਗੇ। ਤੇ ਲਿਬਰਲ ਨੂੰ ਅਕਸਰ ਇਹ ਸਮਝ ਆਉਂਦਾ, ਲੋਕ ਵੀ ਇਹ ਸਮਝਦੇ ਨੇ ਕਿ ਜਿੰਨਾ ਚਿਰ ਲਿਬਰਲ ਪਾਰਟੀ ਰਹੇਗੀ ਉਹਨਾਂ ਸਮਾਂ ਜਿਹੜਾ ਇਮੀਗ੍ਰੇਸ਼ਨ ਚੰਗੀ ਹੁੰਦੀ ਰਹੇਗੀ। ਉੱਥੇ ਦੂਜੇ ਪਾਸੇ ਜੇਕਰ ਆਪਾਂ ਕੰਜ਼ਰਵੇਟਿਵ ਪਾਰਟੀ ਦੀ ਗੱਲ ਕਰੀਏ ਤਾਂ ਹਮੇਸ਼ਾ ਸਮਝਿਆ ਇਹੀ ਜਾਂਦਾ ਕਿ ਜਦੋਂ ਜੇਕਰ ਕੰਜ਼ਰਵੇਟਿਵ ਪਾਰਟੀ ਸੱਤਾ 'ਚ ਆਊਗੀ ਤਾਂ ਇਮੀਗ੍ਰੇਸ਼ਨ ਸਖਤ ਹੋਊਗੀ ਜਾਂ ਇਮੀਗ੍ਰੇਸ਼ਨ ਤੇ ਰੋਕ ਲੱਗ ਸਕਦੀ ਹੈ, ਪਰ ਇਸ ਤਰੀਕੇ ਦੀ ਕੋਈ ਗੱਲ ਅਸਲੀਅਤ ਦੇ ਵਿੱਚ ਹੈ ਨਹੀਂ ਗੀ। ਔਰ ਜੇਕਰ ਅਸੀਂ ਇਸ ਵਾਰ ਪਲੇਟਫਾਰਮ ਦੇਖੀਏ ਜਿਹੜਾ ਕੰਜ਼ਰਵੇਟਿਵ ਨੇ ਜਾਰੀ ਕੀਤਾ ਤਾਂ ਉਹਦੇ ਵਿੱਚ ਉਹਨਾਂ ਨੇ ਸਾਰੀ ਗੱਲ ਜਿਹੜੀ ਉਹ ਰਿਫਾਰਮ ਦੀ ਕੀਤੀ ਆ। ਜਿਹੜੀ ਇਸ ਵਕਤ ਇਮੀਗ੍ਰੇਸ਼ਨ ਦੇ ਜਿਹੜੇ ਪ੍ਰੋਗਰਾਮ ਚੱਲ ਰਹੇ ਆ ਕਿਸੇ ਵੀ ਪ੍ਰੋਗਰਾਮ ਨੂੰ ਉਹਨਾਂ ਨੇ ਬੰਦ ਕਰਨ ਜਾਂ ਬਦਲਣ ਦੀ ਫਿਲਹਾਲ ਗੱਲ ਜਿਹੜੀ ਆ ਉਹ ਨਹੀਂ ਕੀਤੀ ਆ। ਇੰਨਾ ਜ਼ਰੂਰ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਵਾ ਇੱਕ ਟਾਸਕ ਫੋਰਸ ਬਣਾਵਾਂਗੇ, ਜਿਹੜੀਆਂ ਵੱਡੀਆਂ ਸਮੱਸਿਆਵਾਂ ਨੇ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਨੂੰ ਜਿਹੜਾ ਹੱਲ ਕਰਾਂਗੇ, ਔਰ ਖਾਸ ਕਰਕੇ ਜਿਹੜੀ ਵੀਜ਼ਾ ਦਾ ਪ੍ਰੋਸੈਸ ਆ ਉਹਦੇ ਵਿੱਚ ਬਹੁਤ ਸਾਲ ਜਿਹੜੇ ਕਈਆਂ ਨੂੰ ਲੱਗ ਜਾਂਦੇ ਆ, ਬਹੁਤ ਸਮਾਂ ਲੱਗ ਜਾਂਦਾ ਕਈ ਵਾਰੀ। ਉਹਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਇਸ ਤਰੀਕੇ ਦਾ ਸਿਸਟਮ ਬਣਾਵਾਂਗੇ ਕਿ ਜਿਹੜੇ ਲੋਕ ਜਲਦੀ ਫਾਈਲ ਆਪਣੀ ਪ੍ਰੋਸੈਸ ਕਰਵਾਉਣਾ ਚਾਹੁੰਦੇ ਨੇ ਉਹ ਐਕਸਟਰਾ ਫੀਸ ਜਿਹੜੀ ਉਹ ਪੇ
ਕਰ ਸਕਦੇ ਨੇ। ਔਰ ਉਸ ਐਕਸਟਰਾ ਫੀਸ ਦੇ ਨਾਲ ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਹੈ ਕਿ ਅਸੀਂ ਹੋਰ ਸਟਾਫ ਭਰਤੀ ਕਰਾਂਗੇ, ਉਹ ਹੋਰ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਹੈ ਉਹਦੇ ਨਾਲ ਹੋਰ ਤੇਜ਼ ਹੋਵੇਗਾ ਤੇ ਹੋਰ ਜ਼ਿਆਦਾ ਫਾਈਲਾਂ ਜਿਹੜੀਆਂ ਉਹ ਪ੍ਰੋਸੈਸ ਕਰਨਗੀਆਂ। ਮੰਨ ਲਓ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਨਹੀਂ ਕੋਈ ਕਹਿ ਰਿਹਾ ਕਿ ਇਮੀਗ੍ਰੇਸ਼ਨ ਰੋਕਣੀ ਆ, ਇਹ ਕਹਿ ਰਿਹਾ ਕਿ ਜਿਹੜੇ ਤਰੀਕੇ ਆ ਉਹ ਅਸੀਂ ਬਦਲਾਂਗੇ, ਸਿਸਟਮ ਨੂੰ ਬਦਲਾਂਗੇ। ਹੋਰ ਵੀ ਐਰਨ ਅਟੂਲ ਇਮੀਗ੍ਰੇਸ਼ਨ ਦੇ ਵਿੱਚ ਕਾਫੀ ਗੱਲਾਂ ਜਿਹੜੀਆਂ ਉਹ ਕਰ ਰਹੇ ਨੇ। ਔਰ ਜਿਹੜਾ ਇਸ ਵਕਤ ਸਿਸਟਮ ਚੱਲ ਰਿਹਾ ਖਾਸ ਕਰਕੇ ਉਹਦੇ ਵਿੱਚ ਰਿਫਿਊਜੀਆਂ ਨੂੰ ਲੈ ਕੇ ਜਾਂ ਜਿਹੜੀ ਫਾਈਲ ਪ੍ਰੋਸੈਸਿੰਗ ਜ਼ਿਆਦਾ ਦਾ ਟਾਈਮ ਲੈ ਰਿਹਾ ਵਾ, ਉਹਦੇ ਵਿੱਚ ਵੀ ਉਹ ਕਹਿ ਰਿਹਾ ਕਿ ਅਸੀਂ ਇਹ 'ਚ ਸਾਰੀਆਂ ਗੱਲਾਂ 'ਚ ਸੁਧਾਰ ਕਰਾਂਗੇ। ਔਰ ਜੇਕਰ ਅਸੀਂ ਐਨਡੀਪੀ ਦੀ ਗੱਲ ਕਰੀਏ ਤਾਂ ਐਨਡੀਪੀ ਪਾਰਟੀ ਜਿਹੜੀ ਆ ਉਹ ਖਾਸ ਕਰਕੇ ਇਸ ਵਕਤ ਆਪਣਾ ਫੋਕਸ ਰੱਖ ਰਹੀ ਆ ਪੈਰੈਂਟਸ ਗ੍ਰੇਟ ਪੈਰੈਂਟਸ ਪ੍ਰੋਗਰਾਮ ਉੱਤੇ, ਜਿਹਦੇ ਵਿੱਚ ਉਹ ਕਹਿ ਰਿਹਾ ਕਿ ਜਿਹੜਾ ਕੈਪ ਇਹਦੇ ਉੱਤੇ ਲੱਗਾ ਹੋਇਆ ਲਿਬਰਲ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਸੀ। ਅਸੀਂ ਇੱਥੇ ਸੁਖ ਧਾਲੀਵਾਲ ਨਾਲ ਗੱਲਬਾਤ ਕੀਤੀ ਸੀ, ਸਰੀ ਜੂਟਨ ਤੋਂ ਉਮੀਦਵਾਰ ਨੇ, ਲੰਮੇ ਸਮੇਂ ਤੋਂ ਐਮਪੀ ਨੇ। ਉਹ ਕਹਿੰਦੇ ਕਿ ਕੰਜ਼ਰਵੇਟਿਵ ਪਾਰਟੀ ਨੇ ਕੋਸ਼ਿਸ਼ ਕੀਤੀ ਸੀ ਕਿ ਸਿਸਟਮੈਟਿਕ ਤਰੀਕੇ ਦੇ ਨਾਲ ਜਿਹੜੇ ਪੇਰੈਂਟਸ ਦੇ ਜਿਹੜੇ ਮਾਪੇ ਆਉਂਦੇ ਨੇ ਉਹਨਾਂ ਨੂੰ ਰੋਕਿਆ ਜਾਵੇ। ਇਸ ਕਰਕੇ ਉਹਨਾਂ ਨੇ ਸਾਲ ਦਾ ਕੋਟਾ ਮਹਿਜ 5000 ਜਿਹੜਾ ਕਰ ਦਿੱਤਾ ਸੀ। ਕਹਿੰਦੇ ਜਿਹੜਾ ਅਸੀਂ ਵਧਾ ਕੇ ਹੁਣ ਤੱਕ 30000 ਕਰ ਦਿੱਤਾ ਆ। ਔਰ ਜੇਕਰ ਅਸੀਂ ਉਸੇ ਉੱਤੇ ਕੰਜ਼ਰਵੇਟਿਵ ਦੀ ਗੱਲ ਕਰੀਏ, ਉਹਨਾਂ ਨੇ ਇਸ ਵਕਤ ਕੋਈ ਨੰਬਰ ਜਿਹੜੇ ਉਹ ਨਹੀਂ ਦੱਸੇ ਆ, ਪਰ ਉਹ ਕਹਿੰਦੇ ਕਿ ਅਸੀਂ ਜਿਹੜਾ ਇਹ ਲੋਟਰੀ ਸਿਸਟਮ ਜਿਹੜਾ ਪਿਛਲੀ ਵਾਰ ਨਿਕਲਿਆ ਸੀ ਉਹ ਛੱਡ ਕੇ ਫਸਟ ਕਮ ਫਸਟ ਸਰਵ ਵਾਲਾ ਜਿਹੜਾ ਉਹ ਸਿਸਟਮ ਰੱਖਾਂਗੇ ਤੇ ਲੋਟਰੀ ਸਿਸਟਮ ਜਿਹੜਾ ਅਸੀਂ ਬੰਦ ਕਰਾਂਗੇ। ਔਰ ਜੇਕਰ ਅਸੀਂ ਹੁਣ ਐਨਡੀਪੀ ਦੀ ਗੱਲ ਕਰੀਏ, ਐਨਡੀਪੀ ਇਹ ਕਹਿ ਰਹੀ ਹੈ ਕਿ ਅਸੀਂ ਜਿਹੜਾ ਇੱਥੇ ਕੈਪ ਲਗਾਇਆ ਉਹ ਬਿਲਕੁਲ ਹੀ ਹਟਾ ਦੇਵਾਂਗੇ ਕਿ ਜਿਹੜਾ ਵੀ ਚਾਹੁੰਦਾ ਜਦੋਂ ਵੀ ਚਾਹੁੰਦਾ ਆਪਣੇ ਮਾਪਿਆਂ ਨੂੰ ਉਹ ਬੁਲਾ ਸਕਦਾ ਆ। ਸਾਲ ਦਾ ਕੋਟਾ ਨਹੀਂ ਹੋਊਗਾ, ਨਾ 10000 ਨਾ 20000 ਨਾ 30000। ਜਿਹਨੇ ਆਪਣੇ ਮਾਪੇ ਮੰਗਵਾਉਣੇ ਆ ਉਹ ਲਗਾਤਾਰ ਕੈਨੇਡਾ 'ਚ ਮੰਗਵਾ ਸਕਦਾ ਆ। ਹਾਲਾਂਕਿ ਇਹਦੇ ਵਿੱਚ ਉਹਨਾਂ ਦੀ ਆਲੋਚਨਾ ਵੀ ਕੁਝ ਕੁ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ, ਕੁਝ ਮਾਹਰਾਂ ਨੇ ਆਲੋਚਨਾ ਕੀਤੀ ਆ, ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਜੇਕਰ ਤੁਸੀਂ ਕੈਨੇਡਾ 'ਚ ਰਹਿੰਦੇ ਹੋ ਤੇ ਇੱਥੇ ਆ ਕੇ ਤੁਸੀਂ ਚੰਗੀ ਜ਼ਿੰਦਗੀ ਲਿਆਉਂਦੇ ਹੋ ਤਾਂ ਆਪਣੇ ਪਰਿਵਾਰਾਂ ਤੋਂ ਬਿਨਾਂ ਤੁਸੀਂ ਜਿਹੜੀ ਆ ਉਹ ਚੰਗੀ ਜ਼ਿੰਦਗੀ ਦੀ ਉਮੀਦ ਨਹੀਂ ਕਰ ਸਕਦੇ। ਇਸ ਕਰਕੇ ਤੁਸੀਂ ਆਪਣੇ ਮਾਪੇ ਵੀ ਇੱਥੇ ਜਦੋਂ ਚਾਹੋ ਬੁਲਾ ਸਕਦੇ ਹੋ। ਜਦਕਿ ਦੂਜੇ ਪਾਸੇ ਕੰਜ਼ਰਵੇਟਿਵ ਇਹ ਕਹਿ ਰਿਹਾ ਕਿ ਬਿਨਾਂ ਪਰਮਾਨੈਂਟ ਜਿਹੜਾ ਰੈਜ਼ੀਡੈਂਟ ਦਾ ਵੀਜ਼ਾ ਆ, ਪੀਆਰ ਤੋਂ ਬਿਨਾਂ ਵੀ 5 ਸਾਲ ਤੱਕ ਵੀ ਤੁਹਾਡੇ ਮਾਪੇ ਤੁਹਾਡੇ ਨਾਲ ਰਹਿ ਸਕਦੇ ਆ, ਪਰ ਉਹਨਾਂ ਨੂੰ ਉਹਦੇ ਨਾਲ ਜਿਹੜੀ ਆ ਹੈਲਥ ਇੰਸ਼ੋਰੈਂਸ ਜਿਹੜੀ ਆ ਉਹ ਬਾਏ ਕਰਨੀ ਪਵੇਗੀ। ਸੋ ਇਸ ਤਰੀਕੇ ਨਾਲ ਵੱਖੋ ਵੱਖੋ ਤਰ੍ਹਾਂ ਦੇ ਜਿਹੜੇ ਇਸ ਵਕਤ ਵਾਅਦੇ ਆ ਵੱਖ-ਵੱਖ ਪਾਰਟੀਆਂ ਕਰ ਰਹੀਆਂ ਨੇ। ਇੱਕ ਹੋਰ ਪਾਰਟੀ ਜਿਹੜੀ ਆ ਬਲਾਕ ਕਿਊਬਕ, ਜੇਕਰ ਅਸੀਂ ਉਹਦੀ ਗੱਲ ਕਰੀਏ ਤਾਂ ਇਮੀਗ੍ਰੇਸ਼ਨ ਦੇ ਮੁੱਦੇ ਤੇ ਉਹ ਹਮੇਸ਼ਾ ਕਿਊਬਕ ਦੀ ਹੀ ਗੱਲ ਕਰਦੀ ਹੈ, ਕਿਉਂਕਿ ਉਹ ਕਿਊਬਕ ਦੀ ਖੇਤਰੀ ਪਾਰਟੀ ਹੈ, ਕਿਊਬਕ 'ਚ ਚੋਣਾਂ ਲੜਦੀ ਆ। ਔਰ ਉਹਦੀ ਮੰਗ ਇਹ ਵੀ ਰਹੀ ਆ ਕਿ ਕਿਊਬਕ ਨੂੰ ਇੱਕ ਵੱਖਰੀ ਜਿਹੜੀ ਆ ਕੰਟਰੀ ਜਾਂ ਦੇਸ਼ ਬਣਾਇਆ ਜਾਵੇ। ਉਹਦੇ ਵਿੱਚੋਂ ਕਿਊਬਕ ਲਈ ਮੰਗ ਕਰ ਰਹੇ ਆ। ਹਾਲਾਂਕਿ ਆਲਰੇਡੀ ਅਸੀਂ ਦੇਖੀਏ ਤਾਂ ਬਹੁਤ ਜ਼ਿਆਦਾ ਇੰਡੀਪੈਂਡੈਂਟ ਸਿਸਟਮ ਇਮੀਗ੍ਰੇਸ਼ਨ ਦਾ ਕਿਊਬਕ ਦਾ ਹੈਗਾ ਆ ਬਾਕੀ ਹੋਰ ਸੂਬਿਆਂ ਨਾਲੋਂ, ਹੋਰ ਕੈਨੇਡਾ ਦੀਆਂ ਪ੍ਰੋਵਿੰਸਸ ਨਾਲੋਂ। ਪਰ ਹੱਲੇ ਵੀ ਉਹ ਕਹਿ ਰਹੇ ਆ ਕਿ ਜੇਕਰ ਜਿਹੜਾ ਵਰਕਰ ਸਿਸਟਮ ਹੈ, ਜੇਕਰ ਜਿਹੜੇ ਵਰਕਰਾਂ ਦੇ ਵੀਜ਼ੇ ਲੱਗਦੇ ਵਰਕ ਪਰਮਿਟ ਵਾਲਾ, ਉਹ ਵੀ ਜੇ ਉਹਨਾਂ ਦੇ ਕੰਟਰੋਲ 'ਚ ਆ ਜਾਵੇ ਤਾਂ ਉਹਦੇ ਸੰਬੰਧ ਵਿੱਚ ਵੀ ਉਹ ਆਪਣੇ ਆਪ ਫੈਸਲੇ ਲੈਣਗੇ ਤੇ ਹੋਰ ਉਹ ਕੋਟਾ ਜਿਹੜਾ ਪੀਆਰ ਦਾ ਵਧਾਉਣਾ ਚਾਹੁੰਦੇ ਨੇ, ਕਿਉਂਕਿ ਉੱਥੇ ਹੋਰ ਉਹਨਾਂ ਲੋਕਾਂ ਦੀ ਉਹਨਾਂ ਨੂੰ ਜ਼ਰੂਰਤ ਆ ਜਿਹੜੇ ਉੱਥੇ ਰਹਿ ਸਕਦੇ ਨੇ, ਕੰਮ ਕਰ ਸਕਦੇ ਨੇ। ਸੋ ਇਸ ਕਰਕੇ ਜੇਕਰ ਅਸੀਂ ਇਹ ਕਹੀਏ ਵੀ ਕੋਈ ਵੀ ਪਾਰਟੀ ਜਿਹੜੀ ਇਸ ਵਕਤ ਕੁਝ ਸੀਟਾਂ ਵੀ ਚਾਹੇ ਜਿੱਤਣ ਜਿਹੜੀ ਤਾਕਤ ਰੱਖਦੀ ਆ, ਜਿਵੇਂ ਕਿ ਕਿਊਬਕ ਵੀ ਪਿਛਲੀ ਵਾਰ 30-32 ਸੀਟਾਂ ਜਿੱਤ ਗਈ ਸੀ, ਐਕਟੀ ਵੀ ਉਹ 26 ਸੀਟਾਂ ਉਹਨਾਂ ਨੂੰ ਮਿਲਦੀਆਂ ਨਜ਼ਰ ਆ ਰਹੀਆਂ ਨੇ। ਐਨਡੀਪੀ ਤੀਜੇ ਨੰਬਰ ਤੇ ਜਿਹੜੀ ਆ ਉਹ ਚੱਲ ਰਹੀ ਆ ਤੇ ਲਿਬਰਲਸ ਅਤੇ ਕੰਜ਼ਰਵੇਟਿਵ ਦੇ ਵਿੱਚ ਸੱਤਾ ਨੂੰ ਲੈ ਕੇ ਮੁਕਾਬਲਾ ਆ। ਸੋ ਕੋਈ ਵੀ ਪਾਰਟੀ ਇਹ ਨਹੀਂ ਕਹਿ ਰਹੀ ਹੈ ਕਿ ਇਮੀਗ੍ਰੇਸ਼ਨ ਜਿਹੜੀ ਉਹ ਬੰਦ ਹੋਵੇਗੀ। ਵਾਅਦੇ ਇਹੀ ਕੀਤੇ ਜਾ ਰਹੇ ਆ ਕਿ ਅਸੀਂ ਸਮੂਥ ਕਰਾਂਗੇ, ਸਿਸਟਮ ਬਦਲਾਂਗੇ, ਸਿਸਟਮ 'ਚ ਜੋ ਜਿਹੜੀਆਂ ਖਾਮੀਆਂ ਨੇ ਉਹ ਦੂਰ ਕਰਾਂਗੇ। ਪਰ ਇਹ ਜਿਹੜੀ ਇਮੀਗ੍ਰੇਸ਼ਨ ਬੰਦ ਹੋਣ ਦਾ ਸਿਲਸਿਲਾ ਆ ਉਹਦੇ ਬਾਰੇ ਗੱਲ ਕੋਈ ਨਹੀਂ ਕਰ ਰਿਹਾ। ਸੋ ਇਸ ਕਰਕੇ ਜਿਹੜੇ ਲੋਕ ਆਉਣਾ ਚਾਹੁੰਦੇ ਨੇ ਜਾਂ ਜਿਹੜੇ ਲੋਕ ਇੱਥੇ ਨੇ, ਕਿਸੇ ਨੂੰ ਜਿਹੜਾ ਕਿਸੇ ਦੀ ਉਡੀਕ ਉਹਨਾਂ ਨੂੰ ਆਪਣੇ ਪਰਿਵਾਰ ਵਾਲਿਆਂ ਨੂੰ ਹੈਗੀ ਆ, ਸੋ ਉਹਨਾਂ ਲਈ ਕੋਈ ਬਹੁਤੀ ਫਿਕਰ ਵਾਲੀ ਗੱਲ ਫਿਲਹਾਲ ਨਹੀਂ ਜਾਪਦੀ। ਜੀ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਗੱਲ ਕਰਦੇ ਆ। ਮਨਦੀਪ ਜੀ, ਤੁਹਾਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਜਦੋਂ ਚੋਣ ਪ੍ਰਚਾਰ ਦੌਰਾਨ ਗਏ ਨੇ, 2 ਵਾਰ ਉਹਨਾਂ ਨੂੰ ਪ੍ਰਦਰਸ਼ਨਕਾਰੀਆਂ ਦਾ ਸਾਹਮਣਾ ਕਰਨਾ ਪਿਆ। ਇਹਨਾਂ ਵੱਲੋਂ ਉਹਨਾਂ ਦੇ ਲਈ ਜਿਹੜੀ ਗਲਤ ਸ਼ਬਦਾਵਲੀ ਹੈ ਪ੍ਰਦਰਸ਼ਨ ਕਰਨ ਵਾਲਿਆਂ ਨੇ ਉਹ ਤਾਂ ਵਰਤੀ ਹੈ, ਪਰ ਨਾਲ ਹੀ ਪ੍ਰਧਾਨ ਮੰਤਰੀ ਨੂੰ ਧਮਕੀਆਂ ਦਿੰਦੇ ਹੋਏ ਵੀ ਨਜ਼ਰ ਆਏ ਨੇ। ਤੇ ਇਸ ਤੋਂ ਬਾਅਦ ਜਸਟਿਨ ਟਰੂਡੋ ਦਾ ਵੀ ਬਿਆਨ ਸਾਹਮਣੇ ਆਉਂਦਾ ਹੈ। ਉਹ ਕਹਿੰਦੇ ਕਿ ਮੈਂ ਪਿੱਛੇ ਨਹੀਂ ਹਟਾਂਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਬਾਰੇ ਆਪਣੇ ਵਿਚਾਰ ਸਾਹਮਣੇ ਰੱਖ ਦਿੱਤੇ ਨੇ। 2 ਵਾਰੀ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਕੀ ਕਹਿਣਾ ਚਾਹੋਗੇ ਤੇ ਇਸ ਪੂਰੇ ਜੋ ਵੀ ਘਟਨਾਕ੍ਰਮ ਹੋਇਆ ਇਸ ਦੇ ਬਾਰੇ ਕੀ ਵਿਚਾਰ ਨੇ? ਜੀ,
ਬਿਲਕੁਲ ਜੇਕਰ ਅਸੀਂ ਪਿਛਲੇ ਕੁਝ ਕੁ ਦਿਨ ਦੇਖੀਏ ਤਾਂ ਕੰਪੇਨ ਦੇ ਦੌਰਾਨ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹਾਲਾਂਕਿ ਜਦੋਂ ਹਲੇ ਕੰਪੇਨ ਲਾਂਚ ਨਹੀਂ ਵੀ ਹੋਈ ਸੀ, ਇਲੈਕਸ਼ਨ ਦਾ ਐਲਾਨ ਨਹੀਂ ਹੋਇਆ ਸੀ, ਅਸੀਂ ਇੱਥੇ ਸਰੀ ਦੇ ਵਿੱਚ ਉਹਨਾਂ ਦੀ ਪ੍ਰੈਸ ਕਾਨਫਰੰਸ ਦੀ ਕਵਰੇਜ ਕੀਤੀ ਤਾਂ ਉਸ ਦੌਰਾਨ ਵੀ ਜਿਹੜੇ ਕੁਝ ਲੋਕ ਸੀ ਉਹ ਜਸਟਿਨ ਟਰੂਡੋ ਦਾ ਵਿਰੋਧ ਕਰ ਰਹੇ ਸੀ। ਜਿਹਦੇ ਵਿੱਚ ਉਹ ਲੋਕ ਸੀ ਜਿਹੜੇ ਵੈਕਸੀਨੇਸ਼ਨ ਦਾ ਵਿਰੋਧ ਕਰਦੇ ਨੇ, ਜਿਹੜੇ ਕੁਝ ਹੋਰ ਥਿਊਰੀਜ਼ ਉੱਤੇ ਜਿਹੜਾ ਵਾ ਉਹ ਵਿਸ਼ਵਾਸ ਕਰਦੇ ਨੇ। ਉਹਨਾਂ ਦਾ ਮੰਨਣਾ ਕਿ ਜਿਹੜਾ ਵੈਕਸੀਨ ਦਾ ਜਾਂ ਜਿਹੜਾ ਕਰੋਨਾ ਦਾ ਸਾਰਾ ਇਹ ਕੁਝ ਹੋਰ ਜਿਹੜਾ ਇਹ ਸਾਰਾ ਮਾਮਲਾ ਆ, ਸੋ ਲੋਕਾਂ ਨੂੰ ਗੁਲਾਮ ਬਣਾਉਣ ਦਾ ਜੋ ਇਸ ਤਰੀਕੇ ਦੀ ਥਿਊਰੀਜ਼ ਉੱਤੇ ਚਰਚਾ ਕਰਦੇ ਨੇ, ਵਿਸ਼ਵਾਸ ਕਰਦੇ ਨੇ, ਉਹ ਲੋਕ ਜਿਹੜੇ ਸੀ ਇੱਥੇ ਵੀ ਲਗਾਤਾਰ ਅਸੀਂ ਦੇਖੀਏ ਤਾਂ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ। ਔਰ ਹੁਣ ਵੀ ਜਿਹੜੇ ਆ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਕੁਝ ਹੋਰ ਮੁੱਦਿਆਂ ਨੂੰ ਵੀ ਉਹਨਾਂ ਨੂੰ ਲੈ ਕੇ। ਪਰ ਜਿਹੜਾ ਅਸੀਂ ਦੇਖਿਆ ਕਿ ਅੰਟਾਰੀਓ ਦੇ ਵਿੱਚ ਖਾਸ ਕਰਕੇ ਵਿਰੋਧ ਪ੍ਰਦਰਸ਼ਨ ਹੋਇਆ ਸੀ, ਉਹਦੇ ਵਿੱਚ ਕੁਝ ਭੱਦੀ ਸ਼ਬਦਾਵਲੀ ਵਰਤੀ ਗਈ। ਉੱਥੇ ਜਿਹੜੇ ਪੁਲਿਸ ਆਫੀਸਰ ਜਿਹੜੇ ਡਿਊਟੀ ਕਰ ਰਹੇ ਸੀ ਉਹਨਾਂ ਨੂੰ ਵੀ ਜਿਹੜਾ ਸੀ ਉਹਨਾਂ ਤੇ ਵੀ ਜਿਹੜੇ ਨਸਲੀ ਇੱਕ ਤਰੀਕੇ ਨਾਲ ਉਹਨਾਂ ਨੇ ਕਮੈਂਟ ਕੀਤੇ। ਔਰ ਉਹਦੇ ਵਿੱਚ ਇੱਕ ਮਹਿਲਾ ਪੁਲਿਸ ਅਫਸਰ ਸੀ, ਉਹਨੂੰ ਵੀ ਜਿਹੜਾ ਸੀ ਉਹਦੇ ਬਾਰੇ ਵੀ ਭੱਦੀ ਜਿਹੜੀ ਸ਼ਬਦਾਵਲੀ ਉਹ ਵਰਤੀ ਗਈ ਸੀ। ਸੋ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਸੀਗੀਆਂ, ਜਿਸ ਤੋਂ ਬਾਅਦ ਵੱਖ-ਵੱਖ ਲੀਡਰਾਂ ਨੇ ਨਿਖੇਧੀ ਵੀ ਕੀਤੀ ਸੀ ਇਸ ਮਾਮਲੇ ਦੀ। ਔਰ ਉਹਦੇ ਵਿੱਚ ਇੱਕ ਮਾਮਲਾ ਇਸ ਤਰੀਕੇ ਦਾ ਵੀ ਹੋਇਆ ਸੀ ਕਿ ਇੱਕ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਦੇ ਜਿਹੜੇ ਸੀ ਕੁਝ ਸਪੋਰਟਰ ਜਿਹੜੇ ਉਹਦੀ ਕੰਪੇਨ 'ਚ ਮਦਦ ਕਰ ਰਹੇ ਸੀ, ਉਹ ਵੀ ਉੱਥੇ ਚਲੇ ਗਏ ਸੀ, ਜਿਨ੍ਹਾਂ ਨੇ ਜਸਟਿਨ ਟਰੂਡੋ ਦਾ ਇਸ ਤਰੀਕੇ ਨਾਲ ਵਿਰੋਧ ਕੀਤਾ, ਜਿਹਦੀ ਨਿਖੇਧੀ ਹੋ ਰਹੀ ਆ। ਉਸ ਤੋਂ ਬਾਅਦ ਜਦੋਂ ਉਸ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੂੰ ਨਿਸ਼ਾਨੇ ਉੱਤੇ ਲਿਆ ਗਿਆ ਤਾਂ ਉਸ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਅਸੀਂ ਇਹਨਾਂ ਜਿਹੜੇ ਉਹਨਾਂ ਦੇ ਸਪੋਰਟਰ ਸੀ ਉਹ ਹੁਣ ਦੁਬਾਰਾ ਉਹਦੀ ਕੰਪੇਨ 'ਚ ਨਹੀਂ ਆਉਣਗੇ, ਉਹਨਾਂ ਦਾ ਵੈਲਕਮ ਨਹੀਂ ਕੀਤਾ ਜਾਵੇਗਾ। ਸੋ ਇਸ ਤਰੀਕੇ ਨਾਲ ਜਿਹੜਾ ਸੀ ਬੇਸ਼ੱਕ ਜਸਟਿਨ ਟਰੂਡੋ ਦਾ ਵਿਰੋਧ ਹੋ ਰਿਹਾ, ਕਈ ਥਾਵਾਂ ਤੇ ਹੋ ਰਿਹਾ ਔਰ ਕਈ ਥਾਵਾਂ ਤੇ ਵੱਧ ਹੋ ਜਾਂਦਾ ਵਾ। ਔਰ ਇੱਕ ਥਾਂ ਤੇ ਤਾਂ ਜਿਵੇਂ ਅਸੀਂ ਦੱਸਿਆ ਹੀ ਆ ਕਿ ਈਵੈਂਟ ਵੀ ਉਹਨਾਂ ਨੂੰ ਆਪਣੀ ਰੈਲੀ ਜਿਹੜੀ ਸੀ ਉਹ ਰੱਦ ਕਰਨੀ ਪਈ। ਪਰ ਇਹਦੇ ਨਾਲ ਜੇਕਰ ਅਸੀਂ ਦੇਖੀਏ ਤਾਂ ਜਸਟਿਨ ਟਰੂਡੋ ਕਹਿ ਰਿਹਾ ਕਿ ਉਹ ਜਿਹੜਾ ਉਹਨਾਂ ਦਾ ਵਿਚਾਰਧਾਰਾ ਤਹਿਤ ਜਿਹੜਾ ਉਹ ਕੰਮ ਕਰ ਰਹੇ ਆ, ਜਿਸ ਤਰੀਕੇ ਨਾਲ ਉਹ ਕੰਮ ਕਰ ਰਹੇ ਉਹਨੂੰ ਜਾਰੀ ਰੱਖਣਗੇ ਔਰ ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਉਹ ਪਰਵਾਹ ਨਹੀਂ ਕਰਨਗੇ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਆਪਣੀ ਜਿਹੜੇ ਵਿਚਾਰ ਆ ਪ੍ਰਗਟਾਉਣ ਦਾ ਹੱਕ ਹੈ, ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹਿੰਸਾ ਅਤੇ ਜਿਹੜੀ ਨਫ਼ਰਤ ਆ ਉਹਨੂੰ ਅਸੀਂ ਕੰਡੈਮ, ਉਹਦੀ ਨਿਖੇਧੀ ਲਗਾਤਾਰ ਅਸੀਂ ਕਰਦੇ ਰਹਾਂਗੇ। ਜੀ, ਅੱਜ ਵੀ ਜਿਹੜੇ ਵੱਖ-ਵੱਖ ਸਿਆਸੀ ਲੀਡਰ ਸਨ ਉਹਨਾਂ ਵੱਲੋਂ ਦੇਸ਼ ਵਾਸੀਆਂ ਦੇ ਨਾਲ ਕਈ ਵਾਅਦੇ ਕੀਤੇ ਗਏ ਨੇ। ਜਿਵੇਂ-ਜਿਵੇਂ ਚੋਣਾਂ ਦੇ ਦਿਨ ਨੇੜੇ ਆਉਂਦੇ ਨੇ ਉਸੇ ਤਰ੍ਹਾਂ ਦੇਸ਼ ਵਾਸੀਆਂ ਦੇ ਨਾਲ ਰੋਜ਼ਾਨਾ ਇੱਕ ਨਵਾਂ ਵਾਅਦਾ ਵੱਖ-ਵੱਖ ਲੀਡਰ ਕਰਦੇ ਹੋਏ ਨਜ਼ਰ ਆ ਰਹੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ $1 ਬਿਲੀਅਨ ਦੀ ਫੰਡਿੰਗ ਜਾਰੀ ਕਰਨ ਦਾ ਐਲਾਨ ਕੀਤਾ ਗਿਆ, ਜੋ ਕਿ ਉਹਨਾਂ ਵੱਲੋਂ ਜਿਹੜੇ ਵੱਡੇ ਲੇਕ ਤੇ ਰਿਵਰ ਨੇ ਉਹਨਾਂ ਵਾਸਤੇ ਜਾਰੀ ਕੀਤੇ ਜਾਣਗੇ। ਇਸ ਤੋਂ ਬਾਅਦ ਜਗਮੀਤ ਸਿੰਘ ਨੇ ਇੱਕ ਵਾਰ ਫਿਰ ਤੋਂ ਇਹੀ ਗੱਲ ਦੁਹਰਾਈ ਹੈ ਕਿ ਉਹਨਾਂ ਵੱਲੋਂ ਜਿਹੜੇ ਵੱਡੇ ਜ਼ਿਆਦਾ ਅਮੀਰ ਨੇ ਉਹਨਾਂ ਨੂੰ ਜ਼ਿਆਦਾ ਟੈਕਸ ਲਗਾਇਆ ਜਾਵੇਗਾ। ਲੂਪ ਹੋਲ ਜਿਹੜੇ ਨੇ ਉਹਨਾਂ ਦੇ ਵੱਲ ਖਾਸ ਧਿਆਨ ਉਹਨਾਂ ਵੱਲੋਂ ਦਿੱਤਾ ਜਾਵੇਗਾ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਜਿਹੜੇ ਨੇ ਅੱਜ ਉਹ ਪਾਲਤੂ ਜਾਨਵਰਾਂ ਦੀ ਗੱਲ ਕਰਦੇ ਹੋਏ ਦਿਖਾਈ ਦਿੱਤੇ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਮੇਰੀ ਕੈਨੇਡਾ ਦੇ ਵਿੱਚ ਸਰਕਾਰ ਬਣਦੀ ਹੈ ਤਾਂ ਪਾਲਤੂ ਜਾਨਵਰਾਂ ਦੀ ਭਲਾਈ ਦੇ ਵਾਸਤੇ ਕਦਮ ਚੁੱਕੇ ਜਾਣਗੇ। ਸੋ ਰੋਜ਼ਾਨਾ ਵਾਅਦੇ ਹੋ ਰਹੇ ਨੇ। ਅੱਜ ਦੇ ਇਹਨਾਂ ਸਿਆਸੀ ਲੀਡਰਾਂ ਦੇ ਇਹਨਾਂ ਵਾਅਦਿਆਂ ਨੂੰ ਕਿਵੇਂ ਦੇਖਦੇ ਹੋ? ਜੀ ਬਿਲਕੁਲ, ਜੇਕਰ ਤੁਸੀਂ ਆਪਾਂ ਸ਼ੁਰੂਆਤ ਜਸਟਿਨ ਟਰੂਡੋ ਹੋਣਾ ਤੋਂ ਕਰ ਲਈਏ ਤਾਂ ਕਲਾਈਮੇਟ ਚੇਂਜ, ਜਿਵੇਂ ਕਿ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਕਿ ਬਹੁਤ ਵੱਡਾ ਮੁੱਦਾ ਕੈਨੇਡਾ ਦੇ ਵਿੱਚ। ਔਰ ਕਲਾਈਮੇਟ ਚੇਂਜ ਨੂੰ ਲੈ ਕੇ ਲਿਬਰਲ ਪਾਰਟੀ ਲਗਾਤਾਰ ਵੱਖੋ-ਵੱਖਰੇ ਵੱਡੇ ਪ੍ਰੋਗਰਾਮ ਦਾ ਐਲਾਨ ਕਰਦੀ ਰਹੀ ਆ। ਔਰ ਅੱਜ ਵੀ ਇੱਕ ਵੱਡਾ ਐਲਾਨ ਕੀਤਾ ਔਰ ਇਹ ਕਿਹਾ ਗਿਆ ਕਿ ਆਉਣ ਵਾਲੇ 10 ਸਾਲਾਂ ਲਈ $1 ਬਿਲੀਅਨ ਦਾ ਜਿਹੜਾ ਉਹ ਐਲਾਨ ਕੀਤਾ ਜਾਂਦਾ ਆ। ਜਿਹੜੀਆਂ ਕੈਨੇਡਾ ਦੇ ਵਿੱਚ ਝੀਲਾਂ ਨੇ, ਲੇਕਸ ਨੇ ਖਾਸ ਕਰਕੇ, ਔਰ ਜਿਹੜੀਆਂ ਨਦੀਆਂ ਨੇ, ਦਰਿਆ ਨੇ, ਉਹਨਾਂ ਦੀ ਜਿਹੜੀ ਸਾਂਭ ਸੰਭਾਲ ਲਈ ਆ, ਉਹਨਾਂ ਨੂੰ ਰੀਸਟੋਰ ਕਰਨ ਲਈ ਔਰ ਖਾਸ ਕਰਕੇ ਫਰੈਸ਼ ਵਾਟਰ ਦੇ ਲਈ ਜਿਹੜਾ ਵਾ ਕੁਝ ਜਿਹੜਾ ਵਾ ਇੱਕ ਏਜੰਸੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਆ, ਜਿਹਦਾ ਕੰਮ ਉਹ ਕਹਿੰਦੇ ਕਿ ਜੇਕਰ ਸਾਡੀ ਸਰਕਾਰ ਦੁਬਾਰਾ ਬਣਦੀ ਆ ਤਾਂ ਅਗਲੇ ਸਾਲ ਸ਼ੁਰੂਆਤ ਦੇ ਵਿੱਚ ਹੀ ਅਸੀਂ ਇਹਦਾ ਕੰਮ ਸ਼ੁਰੂ ਕਰਤਾ ਜਾਵੇਗਾ। ਕੈਨੇਡਾ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਜੇਕਰ ਅਸੀਂ ਪੂਰੀ ਦੁਨੀਆ ਨਾਲੋਂ ਦੇਖੀਏ ਤਾਂ ਜਿੰਨਾ ਵੀ ਇੱਥੇ ਏਰੀਆ ਲੇਕਸ ਦੇ ਵਿੱਚ ਹੈਗਾ ਆ ਜਾਂ ਲੇਕ ਦੇ ਅੰਡਰ ਆ, ਜਾਂ ਸਭ ਤੋਂ ਵੱਧ ਜੇਕਰ ਅਸੀਂ ਲੇਕਸ ਦੀ ਝੀਲਾਂ ਦੀ ਗੱਲ ਕਰ ਲਈਏ ਤਾਂ ਉਹ ਕੁਦਰਤ ਨੇ ਕੈਨੇਡਾ ਨੂੰ ਦਿੱਤੀਆਂ ਨੇ। ਸੋ ਇਸ ਕਰਕੇ ਕੁਦਰਤ ਦੀ ਸਾਂਭ ਸੰਭਾਲ ਨੂੰ ਲੈ ਕੇ ਇੱਥੇ ਦੇ ਲੋਕ ਵੀ ਬਹੁਤ ਜ਼ਿਆਦਾ ਜਿਹੜੇ ਉਹ ਸੁਚੇਤ ਨੇ। ਔਰ ਇੱਕ ਗੱਲ ਇਹ ਵੀ ਆ ਕਿ ਜਿਸ ਤਰੀਕੇ ਦਾ ਕੈਨੇਡਾ ਦਾ ਭੂਗੋਲਿਕ ਸਥਿਤੀ ਆ ਔਰ ਚਾਰੇ ਪਾਸਿਓਂ ਸਮੁੰਦਰ ਨੇ ਘੇਰਿਆ ਹੋਇਆ ਵਾ, ਔਰ ਇਹ ਵੀ ਨਾਲ ਆ ਕਿ ਜੇਕਰ ਗਲੋਬਲ ਵਾਰਮਿੰਗ ਦਾ ਸਭ ਤੋਂ ਵੱਧ ਅਸਰ ਹੁੰਦਾ ਤਾਂ ਉਹ ਵੀ ਕੈਨੇਡਾ ਤੇ ਹੁੰਦਾ ਆ। ਸੋ ਇਸ ਵਕਤ ਅਸੀਂ ਵੀ ਦੇਖਦੇ ਹਾਂ ਕਿ ਕੈਨੇਡਾ 'ਚ ਹੁਣ ਹੜ੍ਹ ਵੀ ਆ ਰਹੇ ਨੇ, ਕੈਨੇਡਾ 'ਚ ਇੰਨੀ ਜ਼ਿਆਦਾ ਗਰਮੀ ਵੀ ਹੋ ਰਹੀ ਹੈ ਕਿ 80-80 ਸਾਲ ਪੁਰਾਣੇ ਜਿਹੜੇ ਰਿਕਾਰਡ ਉਹ ਟੁੱਟ ਰਹੇ ਨੇ। ਸੋ ਇਸ ਵਾਰ ਗਰਮੀ ਕਰਕੇ ਬਹੁਤ ਸਾਰੀਆਂ ਅੱਗਾਂ ਲੱਗੀਆਂ, ਜੰਗਲੀ ਅੱਗਾਂ ਦੇ ਕਾਰਨ ਵੀ ਜਿਹੜਾ ਸੀਗਾ ਇੱਥੇ BC ਦੇ ਵਿੱਚ ਖਾਸ ਕਰਕੇ ਅਸੀਂ ਦੇਖੀਏ ਤਾਂ ਕੁਝ ਜਾਨਾਂ ਵੀ ਗਈਆਂ।
ਤੇ ਉਹਦੇ ਨਾਲ ਜਿਹੜਾ ਸੀ ਬਹੁਤ ਸਾਰਾ ਜਿਹੜਾ ਵਾ ਸੀ ਹਵਾ ਵੀ ਖਰਾਬ ਹੋਈ, ਬਹੁਤ ਸਾਰੀਆਂ 에ਅਰ ਵਾਰਨਿੰਗਸ ਜਿਹੜੀਆਂ ਸੀ ਉਹ ਵੀ ਆਈਆਂ। ਸੋ ਲਗਾਤਾਰ ਇਹਦੇ ਸੰਬੰਧੀ ਜਿਹੜੇ ਅਸੀਂ ਸਾਨੂੰ ਹੋਰ ਵੀ ਐਲਾਨ ਦੇਖਣ ਨੂੰ ਮਿਲ ਸਕਦੇ ਆ, ਜਿਸ ਤਰੀਕੇ ਦਾ ਐਲਾਨ ਜਸਟਿਨ ਟਰੂਡੋ ਨੇ ਅੱਜ ਕੀਤਾ ਆ। ਦੂਜੇ ਪਾਸੇ ਐਰਨ ਅਟੂਲ ਹੋਣਾ ਨੇ ਵੀ ਲੋਕਾਂ ਤੱਕ, ਕਿਉਂਕਿ ਪਹੁੰਚ ਬਣਾਉਣ ਦਾ ਕੋਈ ਵੀ ਮੁੱਦਾ ਆ ਉਹਦੇ ਉੱਤੇ ਲੀਡਰ ਗੱਲ ਕਰਦੇ ਆ, ਚਾਹੇ ਅਸੀਂ ਇੰਟਰਨੈਟ ਦੀ ਗੱਲ ਕਰ ਲਈਏ ਕਿ ਉਹਦੇ ਬਿੱਲ ਬਹੁਤ ਆਉਂਦੇ ਆ, ਹੋਰ ਜਿਹੜੇ ਤਰ੍ਹਾਂ ਦੇ ਜਿਹੜੇ ਹੈਗੇ ਆ ਮੁੱਦੇ। ਸੋ ਉਸੇ ਤਹਿਤ ਅੱਜ ਉਹਨਾਂ ਨੇ ਪਾਲਤੂ ਜਾਨਵਰਾਂ ਦੇ ਜਿਹੜੇ ਘਰਾਂ 'ਚ ਪਾਲਤੂ ਜਾਨਵਰ ਰੱਖੇ ਜਾਂਦੇ ਆ ਉਹਨਾਂ ਦਾ ਮੁੱਦਾ ਚੁੱਕਿਆ ਤੇ ਉਹਦੇ ਸੰਬੰਧੀ ਕਈ ਵਾਅਦੇ ਕੀਤੇ। ਜਗਮੀਤ ਸਿੰਘ ਜਿਹੜੇ ਉਹ ਲਗਾਤਾਰ ਵੈਲਥ ਟੈਕਸ ਦੀ ਗੱਲ ਕਰਦੇ ਰਹੇ ਨੇ, ਜਿਹੜੇ ਅਲਟਰਾ ਰਿਚ ਜਿਹੜੇ ਉਹ ਸ਼ਬਦ ਵਰਤਦੇ ਨੇ, ਉਹਨਾਂ ਲਈ ਉਹ ਥੋੜਾ ਸਖਤ ਹੋਣ ਦੀ ਗੱਲ ਲਗਾਤਾਰ ਰੱਖਦੇ ਨੇ। ਅੱਜ ਵੀ ਉਹਨਾਂ ਨੇ ਕਿਹਾ, ਕਿਉਂਕਿ ਨਾਲ ਇੱਕ ਡਾਟਾ ਵੀ ਸਾਂਝਾ ਕੀਤਾ ਗਿਆ ਕਿ CRA ਵੱਲੋਂ ਇੱਕ ਡਾਟਾ ਸਾਂਝਾ ਕੀਤਾ ਗਿਆ ਕਿ ਕੈਨੇਡਾ ਨੂੰ 51 ਬਿਲੀਅਨ ਡਾਲਰ ਦਾ ਸਾਲਾਨਾ ਘਾਟਾ ਪੈਂਦਾ ਹੈ। ਜਿਹੜੇ ਟੈਕਸ ਉਹਨਾਂ ਕੋਲ ਆਉਣੇ ਚਾਹੀਦੇ ਉਹ ਨਹੀਂ ਆਉਂਦੇ, ਜਿਹੜੇ ਲੂਪ ਹੋਲਸ ਆ ਜਾਂ ਜਿਹੜੇ ਟੈਕਸ ਕਲੈਕਟ ਨਹੀਂ ਜਾਂਦੇ, ਉਹ ਸਾਰੇ ਕੁੱਲ ਮਿਲਾ ਕੇ 51 ਬਿਲੀਅਨ ਡਾਲਰ ਬਣਦੇ ਆ, ਜੋ ਇੱਕ ਬਹੁਤ ਵੱਡੀ ਰਕਮ ਆ। ਸੋ ਉਹਦਾ ਹਵਾਲਾ ਦਿੰਦਿਆਂ ਹੋਇਆ ਜਗਮੀਤ ਸਿੰਘ ਨੇ ਇਹ ਕਿਹਾ ਕਿ ਜਿਹੜੇ ਅਲਟਰਾ ਰਿਚ ਬੰਦੇ ਆ, ਜਿਹੜੇ ਲੂਪ ਹੋਲਸ ਵਰਤ ਕੇ ਉਹ ਆਪਣਾ ਟੈਕਸ ਮਾਫ ਜਿਹੜਾ ਉਹ ਕਰਵਾ ਲੈਂਦੇ ਆ, ਸੋ ਉਹ ਕਹਿੰਦੇ ਉਹ ਬੰਦ ਕਰਨਗੇ ਤੇ ਉਹਨਾਂ ਉੱਤੇ ਜਿਹੜੀ ਸਖਤੀ ਆ ਉਹ ਕੀਤੀ ਜਾਵੇਗੀ। ਜੀ, ਪਰ ਇਸ ਦੇ ਨਾਲ ਹੀ ਐਨਡੀਪੀ ਪਾਰਟੀ ਅੱਜ ਲਿਬਰਲ ਦੇ ਇੱਕ ਉਮੀਦਵਾਰ ਨੂੰ ਘੇਰਦੀ ਹੋਈ ਵੀ ਦਿਖਾਈ ਦਿੱਤੀ ਹੈ, ਜਿੱਥੇ ਉਹਨਾਂ ਵੱਲੋਂ ਉਮੀਦਵਾਰ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ, ਜਿਹੜਾ ਘਰ ਹੋਮ ਫਲਿਪਿੰਗ ਦੇ ਨਾਲ ਜੁੜੇ ਹੋਏ ਇਲਜ਼ਾਮ ਲਗਾਏ ਗਏ ਨੇ। ਜਿਹੜਾ ਅੱਜ ਇਸ ਬਾਰੇ ਬਿਆਨ ਸਾਹਮਣੇ ਆਇਆ ਐਨਡੀਪੀ ਪਾਰਟੀ ਦਾ, ਜਿੱਥੇ ਉਹਨਾਂ ਨੇ ਲਿਬਰਲ ਉਮੀਦਵਾਰ ਦੇ ਬਾਰੇ ਆਪਣਾ ਜਿਹੜੀ ਜਾਣਕਾਰੀ ਹੈ ਜੋ ਉਹਨਾਂ ਨੂੰ ਹਾਸਿਲ ਹੋਈ ਉਹ ਸਾਂਝੀ ਕੀਤੀ ਹੈ। ਇਸ ਬਾਰੇ ਕੀ ਵਿਚਾਰ ਨੇ? ਜੀ, ਬਿਲਕੁਲ ਅੱਜ 2 ਵਾਰੀ ਜਿਹੜਾ ਵਾ ਇੱਕ ਪ੍ਰੈਸ ਨੋਟ ਜਿਹੜਾ ਜਾਰੀ ਕੀਤਾ ਗਿਆ। ਪਹਿਲੇ ਪ੍ਰੈਸ ਦੇ ਨੋਟ ਦੇ ਵਿੱਚ ਸਿਰਫ ਐਨਡੀਪੀ ਪਾਰਟੀ ਵੱਲੋਂ ਮੈਂਸ਼ਨ ਕੀਤਾ ਗਿਆ ਸੀ ਕਿ ਵੈਨਕੂਵਰ ਤੋਂ ਇੱਕ ਲਿਬਰਲ ਦੇ ਉਮੀਦਵਾਰ ਨੇ ਤਲੀਬ ਨੂਰ ਮੁਹੰਮਦ, ਜਿਨ੍ਹਾਂ ਦੀ ਤਸਵੀਰ ਦਰਸ਼ਕ ਇਸ ਵਕਤ ਦੇਖ ਰਹੇ ਨੇ, ਉਹਨਾਂ ਉੱਤੇ ਦੋਸ਼ ਲਾਇਆ ਕਿ ਉਹਨਾਂ ਨੇ ਲਗਭਗ ਪਿਛਲੇ ਕੁਝ ਸਾਲਾਂ ਦੇ ਵਿੱਚ ਕੁੱਲ 41 ਜਿਹੜੀਆਂ ਸੀ ਉਹ ਪ੍ਰਾਪਰਟੀਆਂ ਵੇਚੀਆਂ ਨੇ ਤੇ ਉਹਦੇ ਵਿੱਚ 17 ਜਿਹੜੇ ਘਰ ਸੀਗੇ। ਸੋ ਹਾਊਸ ਫਲਿਪਿੰਗ ਦਾ ਉਹਨਾਂ ਨੇ ਦੋਸ਼ ਲਾਇਆ। ਸੋ ਉਹਦੇ ਦੁਆਰਾ ਉਹਨਾਂ ਵੱਲੋਂ ਕਿਹਾ ਗਿਆ ਕਿ 3.7 ਮਿਲੀਅਨ ਡਾਲਰ ਉਹਨਾਂ ਨੇ ਕਮਾਇਆ। ਸੋ ਹਾਊਸ ਫਲਿਪਿੰਗ ਨੂੰ ਇੱਕ ਕਾਰਨ ਮੰਨਿਆ ਗਿਆ ਕਿ ਇਹਦੇ ਕਰਕੇ ਘਰਾਂ ਦੀਆਂ ਕੀਮਤਾਂ ਜਿਹੜੀਆਂ ਉਹ ਲਗਾਤਾਰ ਵੱਧ ਰਹੀਆਂ ਨੇ ਤੇ ਘਰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਏ ਆ। ਸੋ ਇਸੇ ਕਰਕੇ ਇਸ ਕੈਂਡੀਡੇਟ ਤੇ ਦੋਸ਼ ਲਾਏ ਜਾ ਰਹੇ ਆ ਕਿ ਜਸਟਿਨ ਟਰੂਡੋ ਜਿਹੜੇ ਇਹਦੇ ਉੱਤੇ ਜਵਾਬ ਦੇਣ। ਜਿਹੜੇ ਨਿਊ ਵੈਸਟਮਿਨਿਸਟਰ ਤੋਂ ਇੱਕ ਕੈਂਡੀਡੇਟ ਸੀਗੇ ਐਨਡੀਪੀ ਦੇ, ਤੇ ਖਾਸ ਕਰਕੇ ਜਿਹੜੇ ਨੂਰ ਮੁਹੰਮਦ ਦੇ ਜਿਹੜੇ ਐਨਡੀਪੀ ਦੇ ਕੈਂਡੀਡੇਟ ਉਹਨਾਂ ਦੇ ਸਾਹਮਣੇ ਆ ਅੰਜਲੀ, ਉਹਨਾਂ ਵੱਲੋਂ ਵੀ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਜਸਟਿਨ ਟਰੂਡੋ ਨੂੰ ਆਪਣੇ ਇਸ ਕੈਂਡੀਡੇਟ ਦੇ ਬਾਰੇ ਜਵਾਬ ਦੇਣਾ ਚਾਹੀਦਾ, ਔਰ ਦੋਸ਼ ਲਾਇਆ ਕਿ ਇਹ ਉਸੇ ਸਿਸਟਮ ਦਾ ਪਾਰਟ ਆ ਜਿਹਦੇ ਕਰਕੇ ਇਸ ਵਕਤ ਘਰਾਂ ਦੀਆਂ ਕੀਮਤਾਂ ਬਹੁਤ ਵਧੀਆਂ ਨੇ। ਸੋ ਦੇਖਦੇ ਹਾਂ ਕਿ ਲਿਬਰਲ ਪਾਰਟੀ ਵੱਲੋਂ ਤੇ ਉਹਨਾਂ ਵੱਲੋਂ ਇਸ ਸੰਬੰਧੀ ਕੀ ਪ੍ਰਤੀਕਰਮ ਦਾ। ਫਿਲਹਾਲ ਐਨਡੀਪੀ ਵੱਲੋਂ ਜਿਹੜੇ ਦੋਸ਼ ਲਾਏ ਗਏ ਨੇ। ਜੀ, ਇੱਕ ਬਿਲਕੁਲ ਬੇहद ਜਿਹੜੀ ਖਾਸ ਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਤੋਂ। ਸਿਆਸਤ ਤੋਂ ਹਟ ਕੇ ਥੋੜੀ ਗੱਲ ਕਰਦੇ ਹਾਂ। ਕੈਨੇਡਾ ਦੇ ਗੁਰਦੁਆਰਾ ਐਡਮਿੰਟਨ ਦੇ ਗੁਰਦੁਆਰਾ ਸਾਹਿਬ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਸੰਸਥਾ ਨੇ ਦੱਸਿਆ ਹੈ ਕਿ ਲਗਾਤਾਰ ਧਮਕੀਆਂ ਵਾਲੀਆਂ ਕਾਲਸ ਆ ਰਹੀਆਂ ਨੇ ਗੁਰਦੁਆਰਾ ਸਾਹਿਬ ਨੂੰ। ਇਸ ਤਰ੍ਹਾਂ ਦੇ ਫੋਨ ਆ ਰਹੇ ਨੇ। ਪਹਿਲਾਂ ਜਦੋਂ ਇਹ ਮਾਮਲਾ ਸਾਹਮਣੇ ਆ ਰਿਹਾ ਸੀ ਉਹ ਵਿੱਚ ਜੇ ਹਟ ਗਿਆ ਤੇ ਇੱਕ ਵਾਰ ਫਿਰ ਤੋਂ ਇਹ ਸਿਲਸਿਲਾ ਸ਼ੁਰੂ ਹੋ ਗਿਆ। ਇੰਨਾ ਹੀ ਨਹੀਂ, ਇਹ ਵੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਗਈ ਹੈ ਕਿ ਮੀਟ ਵੀ ਜਿਹੜਾ ਹੈ ਉਹ ਵੀ ਇੱਥੇ ਵੱਡੀ ਮਾਤਰਾ ਦੇ ਵਿੱਚ ਡਿਲੀਵਰ ਕੀਤਾ ਗਿਆ। ਸੰਸਥਾ ਨੇ ਜਾਣਕਾਰੀ ਦਿੱਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਕਿਸੇ ਨੂੰ ਵੀ ਜੇਕਰ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਂਝੀ ਕਰਨ, ਕਿਉਂਕਿ ਹੁਣ ਉਹਨਾਂ ਵੱਲੋਂ ਪੁਲਿਸ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਹੈ। ਜੀ ਬਿਲਕੁਲ ਇੰਦਰਪ੍ਰੀਤ, ਇਹ ਮਾਮਲਾ ਬੜਾ ਗੰਭੀਰ ਆ, ਔਰ ਖਾਸ ਕਰਕੇ ਐਡਮਿੰਟਨ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਇਹ ਜਿਹੜਾ ਮਾਮਲਾ ਸਾਹਮਣੇ ਆਇਆ, ਔਰ ਇਹ ਸਿਲਸਿਲਾ ਜੋ ਹੁਣ ਖੁਲਾਸਾ ਹੋਇਆ ਕਿ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ। ਪਿਛਲੇ ਦਿਨੀ ਵੀ ਦੇਖਿਆ ਸੀ ਕਿ ਕੁਝ ਧਾਰਮਿਕ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਔਰ ਇਸ ਥਾਂ ਤੇ ਜੋ ਕੀਤਾ ਗਿਆ ਉਹ ਵਾਕਈ ਕਾਫੀ ਮੰਦਭਾਗਾ ਹੈ, ਕਿਉਂਕਿ ਕੁਝ ਲੋਕਾਂ ਵੱਲੋਂ ਉੱਥੇ ਗੁਰਦੁਆਰਾ ਸਾਹਿਬ ਦਾ ਐਡਰੈਸ ਦੇ ਕੇ ਉੱਥੇ ਮਾਸ ਮੀਟ ਡਿਲੀਵਰ ਜਿਹੜਾ ਸੀ ਉਹ ਕਰਵਾਇਆ ਗਿਆ। ਫਿਰ ਕੁਝ ਹੋਰ ਇਤਰਾਜ਼ਯੋਗ ਚੀਜ਼ਾਂ ਜੋ ਮਰਿਆਦਾ ਦੇ ਵਿੱਚ ਜਿਨ੍ਹਾਂ ਦੀ ਇਜਾਜ਼ਤ ਨਹੀਂ ਆ, ਕੁਝ ਉਸ ਤਰੀਕੇ ਦੀਆਂ ਚੀਜ਼ਾਂ ਵੀ ਉੱਥੇ ਡਿਲੀਵਰ ਕਰਾਈਆਂ ਗਈਆਂ। ਤੇ ਕਈ ਵਾਰ ਇਹ ਕਿਹਾ ਗਿਆ ਕਿ ਇਸ ਐਡਰੈਸ ਤੇ ਸਾਨੂੰ ਜਿਹੜਾ ਵਾ ਅਸੀਂ ਉੱਥੋਂ ਗੁਰਦੁਆਰੇ ਐਡਰੈਸ ਤੋਂ ਕਿਹਾ ਜਾਂਦਾ ਸੀ ਕਿ ਅਸੀਂ ਉੱਥੋਂ ਬੋਲ ਰਹੇ ਹਾਂ, ਤੇ ਉੱਥੇ ਜਿਹੜਾ ਵਾ ਉਹ ਮੀਟ ਜਾਂ ਕੁਝ ਹੋਰ ਚੀਜ਼ਾਂ ਜਿਹੜੀਆਂ ਇਸ ਤਰੀਕੇ ਦੀਆਂ ਉਹ ਡਿਲੀਵਰ ਕਰਨ ਲਈ ਕਿਹਾ ਗਿਆ। ਔਰ ਇਹਦੇ ਨਾਲ ਹੀ ਹੁਣ ਜਿਹੜੇ ਦੁਬਾਰਾ ਖੁਲਾਸਾ ਕੀਤਾ ਗਿਆ ਉੱਥੇ ਦੀ ਕਮੇਟੀ ਵੱਲੋਂ, ਉੱਥੇ ਦੇ ਜਿਹੜੇ ਆਗੂ ਆ, ਕਿ ਹੁਣ ਦੁਬਾਰਾ ਧਮਕੀ ਭਰੇ ਅੰਦਾਜ਼ 'ਚ ਕਿਹਾ ਜਾ ਰਿਹਾ ਕਿ ਅਸੀਂ ਪਹਿਲਾਂ ਇੰਨਾ ਕੁਝ ਕਰਦੇ ਰਹੇ ਹਾਂ, ਤੁਸੀਂ ਸਾਡੇ ਤੱਕ ਨਹੀਂ ਪਹੁੰਚ ਸਕੇ। ਸੋ ਇਹਦੀ ਸ਼ਿਕਾਇਤ ਜਿਹੜੀ ਆ ਹੁਣ ਕਰ ਦਿੱਤੀ ਗਈ ਆ। ਸੋ ਦੇਖਦੇ ਹਾਂ ਇਸ ਵਿੱਚ ਕੀ ਬਣਦਾ। ਪਰ
ਇਹ ਨਫ਼ਰਤ ਜਿਹੜੀ ਆ ਕਈ ਥਾਵਾਂ ਤੇ ਕਾਫੀ ਵੱਧ ਰਹੀ ਆ। ਪਹਿਲਾਂ ਵੀ ਅਸੀਂ ਦੇਖਿਆ ਕਿ ਕਈ ਥਾਵਾਂ ਤੇ ਇਸ ਤਰੀਕੇ ਦੇ ਜਾਂ ਤਾਂ ਪੰਜਾਬੀ ਭਾਈਚਾਰੇ ਦੇ ਕਈ ਵਾਰੀ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਕਈ ਵਾਰ ਧਾਰਮਿਕ ਸਥਾਨਾਂ ਨੂੰ, ਔਰ ਖਾਸ ਕਰਕੇ ਇਲੈਕਸ਼ਨ ਦੇ ਵਿੱਚ ਰਣਦੀਪ ਸਰਾਏ ਜਿਹੜੇ ਇੱਥੋਂ ਸਰੀ ਸੈਂਟਰ ਤੋਂ ਕੈਂਡੀਡੇਟ ਨੇ ਉਹਨਾਂ ਦੇ ਸਾਈਨ ਬੋਰਡ ਨੂੰ ਨਿਸ਼ਾਨਾ ਬਣਾਇਆ ਗਿਆ। ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਅਸੀਂ BC 'ਚ ਵੀ ਦੇਖਿਆ ਸੀ ਕਿ NDP ਦੀ ਇੱਕ ਜੀ ਪੰਜਾਬਣ ਉਮੀਦਵਾਰ ਜਿਹੜੀ ਸੀ ਉਹਦੇ ਸਾਈਨ ਬੋਰਡ ਨੂੰ ਨਿਸ਼ਾਨਾ ਬਣਾਇਆ ਗਿਆ। ਸੋ ਲਗਾਤਾਰ ਇਹ ਚੀਜ਼ਾਂ ਵਾਪਰ ਰਹੀਆਂ ਨੇ। ਸੋ ਇਹਦੇ ਉੱਤੇ ਲਗਾਤਾਰ ਜਿਹੜੀ ਆ ਉਹ ਵੱਖ-ਵੱਖ ਪਾਰਟੀਆਂ ਵੱਲੋਂ ਵੀ ਕਿਹਾ ਜਾਂਦਾ ਕਿ ਇਹਦੀ ਨਿਖੇਧੀ ਆ, ਸਰਕਾਰ ਵੀ ਕਹਿੰਦੀ ਕਿ ਅਸੀਂ ਕੰਮ ਕਰਾਂਗੇ, ਪਰ ਉਹਦੇ ਬਾਵਜੂਦ ਲਗਾਤਾਰ ਇਹ ਘਟਨਾਵਾਂ ਵਾਪਰ ਰਹੀਆਂ ਨੇ। ਸੋ ਦੇਖਦੇ ਹਾਂ ਕਿ ਇਸ ਮਾਮਲੇ 'ਚ ਪੁਲਿਸ ਕੀ ਜਾਂਚ ਕਰਦੀ ਹੈ ਤੇ ਕੀ ਸਾਹਮਣੇ ਆਉਂਦਾ ਹੈ। ਜੀ ਬਿਲਕੁਲ, ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਇਹ ਰੁਕਣੀਆਂ ਚਾਹੀਦੀਆਂ ਨੇ। ਸੋ ਕੈਨੇਡਾ ਨਾਓ ਪ੍ਰੋਗਰਾਮ ਦੇ ਵਿੱਚ ਅੱਜ ਦੇ ਲਈ ਇੰਨਾ ਹੀ, ਪਰ ਰੋਜ਼ਾਨਾ ਤੁਹਾਡੇ ਰੂਬਰੂ ਹੋਵਾਂਗੇ ਜਿੱਥੇ ਰੋਜ਼ਾਨਾ ਸਿਆਸਤ ਦੀ ਵੀ ਗੱਲ ਹੋਏਗੀ, ਕੈਨੇਡਾ ਦੀਆਂ ਹੋਰ ਵੱਡੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਉੱਪਰ ਵੀ ਜਾਣਕਾਰੀ ਅਸੀਂ ਆਪਣੇ ਸਹਿਯੋਗੀ ਤੋਂ ਰੋਜ਼ਾਨਾ ਹਾਸਲ ਕਰਦੇ ਰਵਾਂਗੇ, ਉਹਨਾਂ ਦੇ ਨਾਲ ਚਰਚਾ ਕਰਦੇ ਰਵਾਂਗੇ। ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਤੁਸੀਂ ਬਣੇ ਰਹੋ TV ਪੰਜਾਬ ਦੇ ਨਾਲ। ਫਿਲਹਾਲ ਸਾਨੂੰ ਦਿਓ ਇਜਾਜ਼ਤ।